1984 ਦੇ ਵਿੱਚ ਪੰਜਾਬ ਤੇ ਇੱਕ ਕਾਲਾ ਦੌਰ ਚੱਲਿਆ ਸੀ ਜਿਸ ਨੂੰ ਖਾੜਕੂਵਾਦ ਵੀ ਕਿਹਾ ਜਾਂਦਾ ਸੀ। ਹਾਲੇ ਤੱਕ ਜਿਹੜੇ ਪਰਿਵਾਰਾਂ ਦੇ ਪਰਿਵਾਰ ਉਜੜ ਗਏ, ਜਿਨ੍ਹਾਂ ਦੇ ਜ਼ਖਮਾਂ ਤੇ ਅੱਜ ਤੱਕ ਕਿਸੇ ਤੋਂ ਮੱਲਮ ਨਹੀਂ ਲੱਗੀ। ਤੁਹਾਡੇ ਪੁੱਤਰ ਦਾ ਐਨਕਾਊਂਟਰ ਕਰ ਦਿੱਤਾ ਗਿਆ ਪਰ ਮਾਂ ਨੂੰ ਵਿਸ਼ਵਾਸ ਨਹੀਂ ਆਇਆ। ਮੇਰੇ ਪਿੰਡ ਦੀ ਉਹ ਮਿੱਟੀ ਨੂੰ ਸੁਨੇਹਾ ਦੇ ਦਿਓ। ਬੀਤੇ ਦਿਨ ਹੀ ਮਾਂ ਵੀ ਇਸ ਦੁਨੀਆ ਤੋਂ ਚਲੇ ਗਏ। ਨੀ ਮੈਂ ਕੁਝੇ ਵਿੱਚ ਆਉਂਗਾ ਸਵਾ ਬਣ ਕੇ, ਨੀ ਮੈਂ ਕੁਝੇ ਵਿੱਚ ਆਉਂ। ਪੂਰੀ ਕਹਾਣੀ ਵਾਸਤੇ ਗੱਲਬਾਤ ਕਰਦੇ ਹਾਂ ਤੇ ਬਾਈ ਜੀ ਨੇ ਇਹ ਵੀ ਦੱਸਿਆ ਕਿ ਉਹਨਾਂ ਨੇ ਬਹੁਤ ਸਾਰੇ ਜ਼ਿੰਦਗੀ ਦੇ ਆਪਣੇ ਸਾਲ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨਾਲ ਰਹੇ। ਮੇਰੀ ਗਿਰਫਤਾਰੀ ਪਈ ਜੀ 1 ਮਹੀਨਾ, ਮੈਨੂੰ 17 ਦਿਨ ਕਦੇ ਕਿਤੇ ਲਈ ਫਿਰਦੇ ਰਹੇ। ਸੰਤ ਜੀ 4 ਕੀ ਪੜ੍ਹੇ ਸੀਗੇ ਜੀ। ਇੰਨੀ ਉੱਚੀ ਸੁੱਚੀ ਸ਼ਖਸੀਅਤ ਸੀ, ਕਰਨੀ ਤੇ ਕਥਨੀ ਦੇ ਪੂਰੇ ਸੀ। ਮਹਾਨ ਗ੍ਰੇਟ ਇੰਟੈਲੈਕਚੁਅਲ ਸੀਗੇ ਜੀ। ਤੇ ਜਿੱਥੋਂ ਵੀ ਛੱਡੀ ਹੈ ਬਾਣੀ ਪੜ੍ਹਦਿਆਂ ਨੇ ਉੱਥੋਂ ਹੀ ਫੇਰ ਸ਼ੁਰੂ ਕਰ ਲੈਂਦੇ। ਸੁਰਤ ਇੰਨੀ ਤੇਜ਼ ਸੀ ਉਹਨਾਂ ਦੀ। ਅੰਗਰੇਜ਼ੀ 'ਚ ਕਥਾ ਕਰਨ ਵਾਲਾ ਲਾਵਾਂ ਦੀ ਕੋਈ ਸਿੰਘ ਲੱਭ ਕੇ ਦਿਓ ਵੀ ਕਰੇ। ਦਿਸ ਇਜ਼ ਅ ਕੰਸੈਪਟ ਆਫ ਮੈਰਿਜ, ਡੋਂਟ ਅਡੋਪਟ ਇਟ ਅਕੋਰਡਿੰਗ ਟੂ ਦ ਅਦਰ ਰਿਲੀਜਨਸ। ਇਨ ਸਿੱਖ ਰਿਲੀਜਨ ਇਟ ਇਜ਼ ਕਾਲਡ ਆਨੰਦ ਕਾਰਜ। ਮੈਨੂੰ ਜੀ ਕਿਸੇ ਨੇ ਇਹ ਕਹਿ ਕੇ ਫੜਾ ਦਿੱਤਾ ਕਿ ਵੀ ਇਹ ਖਾੜਕੂਆਂ ਦੇ ਨਾਲ ਸੰਪਰਕ ਹੈ। ਹਾਂਜੀ, ਮੈਂ ਵਿਆਹ ਨਹੀਂ ਜੀ ਕਰਾਇਆ, ਮੇਰਾ ਬੱਚਾ ਕੋਈ ਨਹੀਂ ਗਾ। ਮੇਰੇ ਪਿਤਾ ਜੀ ਗਏ ਜੀ ਬਰਨਾਲੇ। DSP ਜਿਹੜਾ ਗੁਰਮੀਤ ਸਿੰਘ ਸੀ ਜੀ, ਬਹੁਤ ਜ਼ਾਲਮ ਕਿਸਮ ਦਾ ਆਦਮੀ ਸੀਗਾ ਜੀ। ਮੇਰੇ ਪਿਤਾ ਜੀ ਕਹਿਣ ਲੱਗੇ ਜੀ ਮੈਂ ਸੁਖਦੇਵ ਬਾਰੇ ਪੁੱਛਗਿੱਛ ਕਰਨ ਆਇਆ। ਬੱਸ ਦੇ ਵਿੱਚੋਂ ਸਾਨੂੰ ਪਤਾ ਲੱਗਿਆ ਵੀ ਲਾਹ ਕੇ ਪੁਲਿਸ ਨੇ ਫੜ ਲਿਆ। ਸਿਕੰਦਰ ਸਿੰਘ ਬਿਲਕੁਲ ਝੂਠ ਨਾ ਬੋਲ, ਉਹ ਤਾਂ ਦਇਆ ਸਿੰਘ ਲਾਹੌਰੀਏ ਦੇ ਘਰੋਂ ਅਸੀਂ ਫੜਿਆ ਤੇ ਜਿਹੜਾ ਚੋਟੀ ਦਾ ਅੱਤਵਾਦੀ ਹੈ। ਇਹਨਾਂ ਨੇ ਲਿਜਾ ਕੇ ਟੌਰਚਰ ਕਰਕੇ ਥਾਣੇ ਦੇ ਵਿੱਚ ਹੀ ਸ਼ਹੀਦ ਕਰ ਦਿੱਤਾ। ਸੁਖਦੇਵ ਸਿੰਘ ਦੇ ਵਿਆਹ ਨੂੰ 3 ਮਹੀਨੇ ਹੋਏ ਸੀ। ਉਹ ਵਿਚਾਰੀ ਬਹੁਤ ਦੇਰ ਤੱਕ ਉਡੀਕਦੀ ਰਹੀ। ਅਸੀਂ ਇਜਾਜ਼ਤ ਦੇਤੀ ਇੱਥੋਂ ਦੀ ਪੰਚਾਇਤ ਨੇ ਵੀ ਤੂੰ ਬਲਵਿੰਦਰ ਕੌਰ ਸੀ, ਉਹਦਾ ਨਾਂ ਮਾਝੇ ਦੀ ਸੀਗੀ, ਤੇ ਵੀ ਤੂੰ ਹੋਰ ਥਾਂ ਤੇ ਸ਼ਾਦੀ ਕਰਾ ਲਾ। ਹੋ ਮਾਵਾਂ ਨੂੰ ਮੁੜ ਪੁੱਤ ਮਿਲੇ ਨਾ ਪੈ ਕੇ ਕੱਚੀਆਂ ਡੰਡੀਆਂ। ਅੱਜ ਤੱਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾਣਦੇ ਆ ਬਈ ਅੱਜ ਤੱਕ 1 ਰੁਪਈਆ ਵੀ ਨਾ ਕਿਸੇ ਕੌਮ ਤੋਂ ਨਾ ਕਿਸੇ ਸੰਸਥਾ ਤੋਂ ਕਿਸੇ ਤੋਂ ਨਹੀਂ ਜੀ ਲਿਆ ਜੀ। ਇੱਕ ਵਾਰ ਪੁਲਿਸ ਆ ਗਈ ਜੀ, ਬਹੁਤ ਪੁਲਿਸ ਨੇ ਘੇਰਾ ਪਾ ਲਿਆ। ਇੱਧਰਲੇ ਪਾਸੇ ਮੱਕੀ ਹੁੰਦੀ ਸੀ ਜੀ, ਇੱਧਰਲੇ ਪਾਸੇ ਦੀ ਮੈਂ ਨਿਕਲ ਕੇ ਫਿਰ ਚਲਿਆ ਗਿਆ। ਫਿਰ ਉਸ ਤੋਂ ਬਾਅਦ ਜੀ ਮੈਂ ਪਿੰਡਾਂ ਦੇ ਵਿੱਚ ਆਪਦਾ ਨਾਮ ਬਦਲ ਕੇ ਤੇ ਕਥਾ ਕਰਨੀ ਸ਼ੁਰੂ ਕਰ ਦਿੱਤੀ ਤੇ ਬਸ ਫਿਰ ਮੈਂ ਸਿੱਖੀ ਦੇ ਪ੍ਰਚਾਰ 'ਚ ਹੋ ਗਿਆ ਜੀ। ਅੱਤਤਾਈ ਜਿਹੜੀ ਹੈ ਜੀ, ਘਿਨਾਉਣੀਆਂ ਕਾਰਵਾਈਆਂ ਨੂੰ ਅੱਤਤਾਈ ਕਹਿੰਦੇ ਆ। ਤੇ ਜਿਹੜਾ ਰਿਬੇਲੀਅਨ ਹੁੰਦਾ ਜੀ, ਕਿਸੇ ਨਿਸ਼ਾਨੇ ਨੂੰ ਮੁੱਖ ਰੱਖ ਕੇ ਉਸ ਨਿਸ਼ਾਨੇ ਦੀ ਪੂਰਤੀ ਨੂੰ, ਉਹਦੇ 'ਚ ਸਰਬੱਤ ਦਾ ਭਲਾ ਹੋਵੇ, ਆਪਦੀ ਕੌਮ ਦਾ ਭਲਾ ਹੋਵੇ, ਆਪਦੇ ਧਰਮ ਦਾ ਭਲਾ ਹੋਵੇ, ਉਹ ਖਾੜਕੂਵਾਦ 'ਚ ਆ ਜਾਂਦਾ। ਮੈਂ ਪਹਿਰੇਦਾਰ ਵੀ ਰਿਹਾ, ਗਨਮੈਨ ਵੀ ਖੜਦਾ ਹੁੰਦਾ ਸੀ ਉਹਨਾਂ ਦਾ ਜਦੋਂ ਦਰਬਾਰ ਸਾਹਿਬ ਹੁੰਦੇ ਸੀ ਨਾਨਕ ਨਿਵਾਸ ਦੇ ਵਿੱਚ। ਸਰੀਰ ਦੇ ਮਰਨ ਨੂੰ ਮੌਤ ਨਹੀਂ ਦਿੰਦਾ, ਜ਼ਮੀਰ ਦੇ ਮਰਨ ਨੂੰ ਮੌਤ ਦਿੰਦਾ, ਜ਼ਮੀਰ ਦੇ ਮਰਨ ਨੂੰ ਮੌਤ ਦਿੰਦਾ। ਇੱਕ ਉਹਨਾਂ ਨੇ ਜੀ ਇਹੋ ਜਿਹਾ ਮੈਨੂੰ ਢੰਗ ਦੱਸਿਆ, ਜਦੋਂ ਸੰਗਤ ਵਿੱਚ ਬੋਲਣਾ ਹੈ ਗੁਰੂ ਕਾ ਰੂਪ ਗੁਰੂ ਖਾਲਸਾ ਸਿਰ ਨਵਾ ਕੇ ਬੋਲਣਾ ਹੈ। ਜਦੋਂ ਸਾਨੂੰ ਉਹਨਾਂ ਨੇ ਤੋਰਿਆ ਤਾਂ ਮੈਨੂੰ ਥਾਪੜਾ ਜਿਹਾ ਦੇ ਕੇ ਜੱਫੀ 'ਚ ਕਹਿੰਦੇ ਬਿਲਕੁਲ ਨਹੀਂ ਪਰਵਾਹ ਨਹੀਂ ਕਰਨੀ, ਕਹਿੰਦੇ ਇਸ ਤਰ੍ਹਾਂ ਬੋਲ, ਸਤਿਗੁਰੂ ਜੀ ਦੀ ਐਸੀ ਬਖਸ਼ਿਸ਼ ਹੋਈ ਜੀ। ਮੈਂ ਉਹਨਾਂ ਦੀਆਂ ਪੁਸਤਕਾਂ ਖਰੀਦਦਾ ਸੀਗਾ, ਜਿਵੇਂ ਪੁਸਤਕ ਮਹਿਲ ਵਾਲਿਆਂ ਦੀਆਂ ਮੇਰੇ ਕੋਲ ਜੀ 100 ਕਿਤਾਬ ਹੋ ਸਕਦੀ ਹੈ। ਸਭ ਮੈਂ ਆਪਣੀ ਕਥਾ ਦੇ ਵਿੱਚੋਂ ਜੋ ਮੈਨੂੰ ਸੇਵਾ ਸੰਗਤਾਂ ਨੇ ਦਿੱਤੀ ਉਹ 'ਚੋਂ ਖਰੀਦੀਆਂ। ਅਤੇ ਇਸ ਵੇਲੇ ਜੀ ਜਿਹੜੀਆਂ 7-8 ਲੱਖ ਦੀਆਂ ਕਿਤਾਬਾਂ ਮੇਰੀਆਂ ਕਥਾ ਦੇ ਵਿੱਚੋਂ ਹੀ ਪੈਸੇ 'ਤੇ ਨਾ ਖਰੀਦੀਆਂ ਹੋਈਆਂ। ਚੜ੍ਹਦੀ ਕਲਾ, ਜਿਨ੍ਹਾਂ ਨੂੰ ਮਰਨ ਦੀ ਕੋਈ ਪਰਵਾਹ ਨਹੀਂ ਸੀ, ਕੌਮ ਦੇ ਲੇਖੇ ਲੱਗਣ ਵਾਲੇ ਸੀ। ਇੰਨਾ ਸੀ ਸਰਬੱਤ ਦਾ ਭਲਾ ਚਾਹੁੰਦੇ ਸੀ
ਤੇ ਇੱਕ ਇਹੋ ਜਿਹਾ ਸਿਸਟਮ ਚਾਹੁੰਦੇ ਸੀ ਵੀ ਜਿਹਦੇ ਵਿੱਚ ਜਿਵੇਂ ਭਗਤ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ ਬੇਗਮਪੁਰਾ ਸ਼ਹਿਰ ਕੋ ਨਾਓ ਦੂਖਨ ਦੋ ਨਹੀਂ ਤੇ ਠਾਓ, ਉਹ ਚਾਹੁੰਦੇ ਸੀ ਵੀ ਇਹੋ ਜਿਹਾ ਰਾਜ ਦੁਨੀਆ ਤੇ ਇਹੋ ਜਿਹਾ ਰਾਜ ਹੋਣਾ ਚਾਹੀਦਾ ਜਿਹੋ ਜਿਹਾ ਭਗਤ ਜੀ ਮਹਾਰਾਜ ਨੇ ਕਿਹਾ ਵੀ ਐ ਕਿਸੇ ਨੂੰ ਕੋਈ ਗਮ ਚਿੰਤਾ ਨਾ ਹੋਵੇ। ਮਾਨਸਿਕ ਚਿੰਤਾਵਾਂ ਤਾਂ ਹੁੰਦੀਆਂ, ਰੋਟੀ ਕੱਪੜਾ ਸਿਹਤ ਮਕਾਨ ਇਹਨਾਂ ਚੀਜ਼ਾਂ ਤੋਂ ਕੋਈ ਦੁਖੀ ਨਾ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 1984 ਦੇ ਵਿੱਚ ਪੰਜਾਬ ਤੇ ਇੱਕ ਕਾਲਾ ਦੌਰ ਚੱਲਿਆ ਸੀ ਜਿਸ ਨੂੰ ਖਾੜਕੂਵਾਦ ਵੀ ਕਿਹਾ ਜਾਂਦਾ ਸੀ। ਉਹ ਦੌਰ ਅਜਿਹਾ ਸੀ ਜਿਨ੍ਹਾਂ ਦੀ ਹਾਲੇ ਤੱਕ ਜਿਹੜੇ ਪਰਿਵਾਰਾਂ ਦੇ ਪਰਿਵਾਰ ਉਜੜ ਗਏ, ਜਿਨ੍ਹਾਂ ਦੇ ਜ਼ਖਮਾਂ ਤੇ ਅੱਜ ਤੱਕ ਕਿਸੇ ਤੋਂ ਮੱਲਮ ਨਹੀਂ ਲੱਗੀ। ਇਹਨਾਂ ਦੇ ਜਿਹੜਾ ਬ੍ਰਦਰ ਸੀ ਸੁਖਦੇਵ ਸਿੰਘ ਸੁੱਖਾ, ਜਿਸ ਦਾ ਇਨਕਾਊਂਟਰ ਕਰ ਦਿੱਤਾ ਗਿਆ ਸੀ, ਉਸ ਨੂੰ 32 ਸਾਲ ਉਡੀਕਦੀ ਰਹੀ ਮਾਂ ਅੱਜ ਇਸ ਦੁਨੀਆ ਤੋਂ ਚਲੀ ਗਈ। ਕੱਲ੍ਹ ਨੂੰ ਯਾਨੀ ਕਿ ਆਉਣ ਵਾਲੇ ਕੱਲ੍ਹ ਨੂੰ ਉਸ ਮਾਤਾ ਦਾ ਤੇ ਉਸ ਜਿਹੜਾ ਇਹਨਾਂ ਦਾ ਭਰਾ ਵਾ ਉਹਨਾਂ ਦਾ ਇਕੱਠਿਆਂ ਦਾ 32 ਸਾਲ ਬਾਅਦ ਉਸ ਜਿਹੜਾ ਨੌਜਵਾਨ ਉਸ ਦਾ ਭੋਗ ਪਾਇਆ ਜਾ ਰਿਹਾ। ਕੁਝ ਅਜਿਹੀਆਂ ਮਾਵਾਂ ਜਿਨ੍ਹਾਂ ਨੇ ਆਪਣੇ ਪੁੱਤ ਦੁਨੀਆ ਤੋਂ ਚਲੇ ਗਏ ਅੱਜ ਵੀ ਰੋਂਦੀਆਂ ਕਰਲਾਉਂਦੀਆਂ ਨੇ। ਕੁਝ ਅਜਿਹੀਆਂ ਭੈਣਾਂ ਜਿਨ੍ਹਾਂ ਦੇ ਭਰਾ ਇਸ ਦੁਨੀਆ ਤੋਂ ਚਲੇ ਗਏ ਤੇ ਕੁਝ ਅਜਿਹੀਆਂ ਵਿਧਵਾ ਕੁੜੀਆਂ ਜਿਨ੍ਹਾਂ ਦੇ ਸੁਹਾਗ ਉਜੜ ਗਏ। ਅੱਜ ਅਜਿਹੀ ਕਹਾਣੀ ਲੈ ਕੇ ਜ਼ਿਲ੍ਹਾ ਮੋਗੇ ਦੇ ਜਲਾਲਾਬਾਦ ਪਹੁੰਚੇ ਹਾਂ। ਕਹਾਣੀ ਤਾਂ ਥੋੜ੍ਹੀ ਜਿਹੀ ਤੁਹਾਨੂੰ ਬਾਈ ਨਾਲ ਗੱਲਬਾਤ ਵੀ ਕਰਾਂਗੇ ਤੇ ਪਹਿਲਾਂ ਤੁਹਾਨੂੰ ਥੋੜ੍ਹੀ ਜਿਹੀ ਜਾਣਕਾਰੀ ਦੇ ਦੇਈਏ ਕਿ ਅਜਿਹੀ ਮਾਂ ਸੀ ਇਸ ਪਰਿਵਾਰ ਦੇ ਵਿੱਚ ਜਿਹੜੀ ਆਪਣੇ ਪੁੱਤਰ ਨੂੰ ਉਡੀਕਦੀ 32 ਸਾਲ ਰਹੀ। ਉਸ ਦੇ ਪੁੱਤਰ ਦਾ ਪੁਲਿਸ ਮੁਕਾਬਲੇ ਦੇ ਵਿੱਚ ਇਨਕਾਊਂਟਰ ਕਰ ਦਿੱਤਾ ਗਿਆ। ਇਹ ਮੈਂ ਉਸ ਕਾਲੇ ਦੌਰ ਦੀ ਗੱਲ ਕਰ ਰਿਹਾ ਜਦੋਂ ਪੰਜਾਬ ਤੇ ਕਾਲਾ ਦੌਰ ਚੱਲ ਰਿਹਾ ਸੀ। ਪੁੱਤਰ ਦਾ ਇਨਕਾਊਂਟਰ ਕਰ ਦਿੱਤਾ ਗਿਆ, ਪਰ ਮਾਂ ਨੂੰ ਇਸ ਗੱਲ 'ਤੇ ਵਿਸ਼ਵਾਸ ਨਹੀਂ ਆ ਰਿਹਾ ਸੀ। ਉਹਨਾਂ ਦੇ ਭਰਾ ਸਾਹਿਬ ਸਾਡੇ ਨਾਲ ਬੈਠੇ ਨੇ, ਭਰਾ ਬਲਦੇਵ ਸਿੰਘ ਮਸਕੀਨ ਜੀ, ਤੇ ਜਿਸ ਦਾ ਇਨਕਾਊਂਟਰ ਕੀਤਾ ਸੀ ਸੁਖਦੇਵ ਸਿੰਘ ਸੁੱਖਾ। ਬਲਦੇਵ ਸਿੰਘ ਮਸਕੀਨ ਜੀ ਨੇ ਦੱਸਿਆ ਕਿ ਮਾਂ ਨੂੰ ਅਸੀਂ ਦੱਸਦੇ ਰਹੇ ਕਿ ਤੁਹਾਡੇ ਪੁੱਤਰ ਦਾ ਇਨਕਾਊਂਟਰ ਕਰ ਦਿੱਤਾ ਗਿਆ, ਪਰ ਮਾਂ ਨੂੰ ਵਿਸ਼ਵਾਸ ਨਹੀਂ ਆਇਆ। ਬੀਤੇ ਦਿਨ ਹੀ ਮਾਂ ਵੀ ਇਸ ਦੁਨੀਆ ਤੋਂ ਚਲੇ ਗਈ। ਹੁਣ 32 ਸਾਲ ਬਾਅਦ ਉਸ ਇਹਨਾਂ ਨੇ ਆਪਣੇ ਭਰਾ ਦਾ ਵੀ ਭੋਗ ਆਪਣੀ ਮਾਤਾ ਦੇ ਨਾਲ ਹੀ ਪਾਉਣਾ। ਪੂਰੀ ਕਹਾਣੀ ਵਾਸਤੇ ਗੱਲਬਾਤ ਕਰਦੇ ਹਾਂ ਤੇ ਬਾਈ ਜੀ ਨੇ ਇਹ ਵੀ ਦੱਸਿਆ ਕਿ ਉਹਨਾਂ ਨੇ ਬਹੁਤ ਸਾਰੇ ਜ਼ਿੰਦਗੀ ਦੇ ਆਪਣੇ ਸਾਲ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨਾਲ ਰਹੇ। ਜਿਸ ਦਿਨ 84 ਦੇ ਵਿੱਚ ਜੂਨ ਦੇ ਮਹੀਨੇ ਜਿਹੜਾ ਉੱਥੇ ਦਰਬਾਰ ਸਾਹਿਬ 'ਤੇ ਹਮਲਾ ਹੁੰਦਾ, ਉਸ ਤੋਂ ਕੁਛ ਦਿਨ ਪਹਿਲਾਂ ਹੀ ਬਾਈ ਦਵਾਈ ਲੈਣ ਲਈ ਆਪਣੇ ਪਿੰਡ ਆਇਆ ਸੀ ਤੇ ਬਾਅਦ ਤੋਂ ਬਾਅਦ ਉਸ ਦੇ ਵਿੱਚ ਪਤਾ ਲੱਗਿਆ ਕਿ ਦਰਬਾਰ ਸਾਹਿਬ 'ਤੇ ਫੌਜ ਨੇ ਅਟੈਕ ਕਰ ਦਿੱਤਾ। ਪੂਰੀ ਕਹਾਣੀ ਵਾਸਤੇ ਗੱਲਬਾਤ ਕਰਦੇ ਹਾਂ। ਇਹ ਕਹਾਣੀ ਤੁਹਾਨੂੰ ਦੱਸਣ ਤੋਂ ਪਹਿਲਾਂ ਇਹ ਕਹਾਣੀ ਤੁਸੀਂ ਜ਼ਰੂਰ ਸੁਣਿਓ। ਇਹ ਕਹਾਣੀ ਸੁਣ ਕੇ ਤੁਹਾਡੀ ਇੱਕ ਵਾਰ ਫਿਰ ਤੋਂ ਰੂਹ ਕੰਬ ਜਾਊਗੀ ਅਤੇ ਇੱਕ ਵਾਰ ਤੁਹਾਨੂੰ ਦੱਸਿਆ ਜਾਊਗਾ ਕਿ ਕਿਸ ਤਰੀਕੇ ਨਾਲ 84 ਦੇ ਵਿੱਚ ਜਦੋਂ ਖਾੜਕੂਵਾਦ ਦੀ ਲਹਿਰ ਸੀ, ਮਾਵਾਂ ਦੇ ਪੁੱਤ, ਭੈਣਾਂ ਦੇ ਭਰਾ ਤੇ ਸੁਹਾਗਣਾਂ ਦੇ ਸੁਹਾਗ ਉਜਾੜੇ ਗਏ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਆਪਾਂ ਇਸ ਬਾਰੇ ਗੱਲ ਕਰੀਏ ਕਿ ਜੇਕਰ ਆਪਾਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਗੱਲ ਕਰੀਏ, ਕਿੰਨਾ ਸਮਾਂ ਤੁਸੀਂ ਉਹਨਾਂ ਦੇ ਨਾਲ ਰਹੇ? ਮੈਂ ਜੀ ਉਹਨਾਂ ਦੇ ਨਾਲ 78-79 ਤੋਂ ਰਿਹਾ ਜੀ। ਤੇ ਚੰਦੋ ਕਲਾਂ ਦੇ ਵਿੱਚ ਵੀ ਮੈਂ ਹੀ ਸੀ ਜਦੋਂ ਉਹਨਾਂ ਨੂੰ ਮਹਿਤੇ ਆ ਕੇ ਉਹਨਾਂ ਨੇ ਗ੍ਰਿਫਤਾਰੀ ਦਿੱਤੀ ਜੀ। ਤੇ ਮੇਰੀ ਡਿਊਟੀ ਪੰਜਾਂ ਪਿਆਰਿਆਂ 'ਚ ਅੰਮ੍ਰਿਤ ਛਕਾਉਣ ਦੀ ਤੇ ਪਿੰਡਾਂ ਦੇ ਵਿੱਚ ਜਦੋਂ ਅਖੰਡ ਪਾਠ ਸਾਹਿਬ ਹੁੰਦੇ ਸੀ ਤੇ ਅਰਦਾਸ ਦੀ ਡਿਊਟੀ ਮੇਰੀ ਸੀਗੀ ਜੀ। ਤੇ ਹਾਂਜੀ, ਤੇ ਮੈਂ 1984 ਨੂੰ ਦਰਬਾਰ ਸਾਹਿਬ ਦੇ ਹਮਲਾ ਜਦੋਂ ਹੁੰਦਾ ਹੈ 1 ਜੂਨ ਨੂੰ ਜੀ ਉਹਨਾਂ ਤੋਂ ਇਜਾਜ਼ਤ ਲੈ ਕੇ ਮੈਂ ਪਿੰਡ ਆਇਆ ਸੀ ਤੇ ਦਵਾਈ ਲੈਣ ਵਾਸਤੇ ਆਇਆ ਸੀ। ਮੇਰਾ ਸਰੀਰ ਢਿੱਲਾ ਸੀਗਾ ਜੀ। ਜੀ, ਬਾਬਾ ਜੀ ਤੁਸੀਂ 1 ਜੂਨ ਨੂੰ ਇਜਾਜ਼ਤ ਲੈ ਲਈ ਸੀ ਤੇ ਦਰਬਾਰ ਸਾਹਿਬ ਘੇਰਾ ਕਿੰਨੀ ਜੂਨ ਨੂੰ ਪੈ ਗਿਆ ਸੀਗਾ? ਇਹ 2 ਜੂਨ ਨੂੰ ਐਲਾਨ ਹੋ ਗਿਆ ਸੀਗਾ ਜੀ, 3 ਤੋਂ 4 ਨੂੰ ਹਮਲਾ ਹੋ ਗਿਆ ਸੀਗਾ ਜੀ ਦਰਬਾਰ ਸਾਹਿਬ ਤੇ। ਹਾਂਜੀ, ਤੇ ਕਿਵੇਂ ਸੀ ਬਾਬਾ, ਪਹਿਲਾਂ ਬਾਬਾ ਜੀ ਦੇ ਬਾਰੇ ਗੱਲ ਕਰੀਏ, ਸੰਤ ਜਰਨੈਲ ਸਿੰਘ ਜੀ ਕਿਵੇਂ ਸੀ ਉਹਨਾਂ ਦਾ ਨੇਚਰ? ਕਿਉਂਕਿ ਤੁਸੀਂ ਜ਼ਿੰਦਗੀ ਦੇ 7-8 ਸਾਲ ਉਹਨਾਂ ਦੇ ਨਾਲ ਲਾਏ, ਤੁਸੀਂ ਹਰ ਵਕਤ ਉਹਨਾਂ ਨੂੰ ਮਿਲਦੇ ਰਹਿੰਦੇ, ਉਹਨਾਂ ਦੇ ਨਾਲ ਹੀ ਰਹਿੰਦੇ, ਕਿਵੇਂ ਸੀ ਉਹਨਾਂ ਦਾ ਨੇਚਰ? ਉਹਨਾਂ ਦੀ ਸ਼ਖਸੀਅਤ ਬਹੁਤ ਵੱਡੀ ਸੀ ਜੀ ਤੇ ਬੁੱਧੀ ਉਹਨਾਂ ਦੀ ਸ਼ਖਸੀਅਤ ਨੂੰ ਮਾਪ ਨਹੀਂ ਸਕਦੀ ਜੀ। ਬਿਯੋਂਡ ਇੰਟੈਲੈਕਚੁਅਲ ਸੀ ਉਹਨਾਂ ਦੀ ਜੀ, ਕਥਨੀ ਤੇ ਕਰਨੀ ਦੇ ਪੂਰੇ।
ਤੇ ਪੰਜਾਬ ਦੇ ਤੇ ਸਿੱਖ ਕੌਮ ਦੇ ਜੀ ਤੇ ਇੰਨੇ ਹਿਤੀ ਸੀ ਕਿ ਉਹ ਜਾਣਦੇ ਸੀ ਵੀ ਸਾਡੇ ਨਾਲ 1947 ਚ ਧੋਖਾ ਹੋਇਆ ਜੀ। ਤੇ ਇਸੇ ਕਰਕੇ ਉਹਨਾਂ ਨੇ ਅਕਾਲੀਆਂ ਦੇ ਮੋਰਚੇ ਨੂੰ ਅਡਾਪਟ ਕੀਤਾ, ਲੈ ਕੇ ਤੇ ਪੰਜਾਬ ਦੇ ਹੱਕਾਂ ਲਈ ਉਹ ਡਟ ਗਏ। ਤੇ ਇਹ ਜ਼ਾਲਮ ਸਰਕਾਰ, ਕੇਂਦਰ ਸਰਕਾਰ ਉਸ ਵੇਲੇ ਇੰਦਰਾ ਗਾਂਧੀ ਦੀ ਸੀ, ਜੀ। ਉਹ ਬਰਦਾਸ਼ਤ ਨਹੀਂ ਸੀ ਕਰ ਸਕਦੀ ਜੀ ਇਸ ਨੂੰ। ਜੀ ਤੁਹਾਡਾ ਬ੍ਰਦਰ ਸੀ ਜਿਹੜਾ ਸੁਖਦੇਵ ਸਿੰਘ ਜੀ ਸੁੱਖਾ, ਉਹ ਵੀ ਸੰਤਾਂ ਜੀ ਦੇ ਨਾਲ ਹੀ ਸੀ? ਹਾਂਜੀ, ਉਹ ਮੈਨੂੰ ਵੀ ਮਿਲਣ ਜਾਂਦੇ ਹੁੰਦੇ ਸੀ, ਬਾਬਾ ਜੀਆਂ ਦੇ ਦਰਸ਼ਨ ਕਰਨ ਵੀ ਜਾਂਦੇ ਸੀ। ਸਾਡੀ ਪਿੰਡ ਦੀ ਸੰਗਤ ਨੂੰ ਗੱਡੀ 'ਚ ਲੈ ਕੇ, ਸਾਡੇ ਕੋਲ ਗੱਡੀ ਸੀ ਤੇ 8817 ਤੇ LP ਗੱਡੀ ਸੀ, ਉਹਦੇ ਉੱਤੇ ਲੈ ਕੇ ਸੰਗਤ ਨੂੰ ਗਾਹੇ ਬਗਾਹੇ ਦਰਸ਼ਨ ਕਰਨ ਜਾਂਦੇ ਹੁੰਦੇ ਸੀ। ਮਹਿਤੇ ਵੀ ਜਾਂਦੇ ਸੀ ਤੇ ਦਰਬਾਰ ਸਾਹਿਬ ਵੀ। ਤੁਹਾਡਾ ਮੇਲ ਕਿਵੇਂ ਹੁੰਦਾ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨਾਲ? ਸੰਤ ਬਾਬਾ ਜਰਨੈਲ ਸਿੰਘ ਜੀ ਜਦੋਂ 1978 ਦੇ ਵਿੱਚ ਜੀ ਦਮਦਮੀ ਟਕਸਾਲ ਦੇ ਮੁਖੀ ਬਣੇ ਨੇ, ਜੀ ਤੇ ਉਦੋਂ ਤੋਂ ਮੇਰੇ ਮਨ ਦੀ ਅਭਿਲਾਸ਼ਾ ਸੀ ਜੀ। ਤੇ ਵੀ ਬਾਬਾ ਜੀਆਂ ਦੇ ਨਾਲ ਹੀ ਮੈਂ ਰਹਿਣਾ ਹੈ ਤੇ ਗੁਰਮਤਿ ਵਿੱਦਿਆ ਲੈਣੀ ਹੈ। ਤੇ ਪਹਿਲਾਂ ਮੈਂ ਬਾਬਾ ਨੰਦ ਸਿੰਘ ਜੀ ਨਾਨਕਸਰ ਵਾਲਿਆਂ ਨੂੰ ਨਾਨਕਸਰ ਜਾਂਦਾ ਹੁੰਦਾ ਸੀ। ਜਦੋਂ ਸਾਡੇ ਉਹ ਪਿੰਡ ਵਿੱਚ ਆਏ ਤਾਂ ਮੇਰੇ ਮਨ ਨੇ ਉਛਾਲਾ ਖਾਧਾ ਜੀ, ਤੇ ਮੈਂ ਉਹਨਾਂ ਦੇ ਨਾਲ ਜਥੇ 'ਚ ਸਮਿਲਿਤ ਹੋ ਗਿਆ ਜੀ। ਤੇ ਜਿਹੜੇ ਸੁਖਦੇਵ ਸਿੰਘ ਸੁੱਖਾ ਸੀ ਉਹ ਕਿਵੇਂ ਮਿਲੇ ਸੰਤਾਂ ਜੀ? ਤੁਹਾਡੇ ਰਾਹੀਂ ਮਿਲੇ ਜਾਂ ਪਹਿਲਾਂ ਉਹ ਤੁਹਾਡੇ ਤੋਂ ਪਹਿਲਾਂ ਉਹ ਮਿਲ ਗਏ ਸੀ? ਨਹੀਂ ਜੀ, ਮੈਂ ਹੀ ਪਹਿਲਾਂ ਗਿਆ, ਫਿਰ ਮੈਨੂੰ ਮਿਲਣ ਆਉਂਦੇ ਹੁੰਦੇ ਸੀਗੇ। ਸਾਡਾ ਪਿੰਡ ਜੀ ਤਕਰੀਬਨ ਸੰਤ ਜਰਨੈਲ ਸਿੰਘ ਜੀ ਇਹਦਾ ਸ਼ਰਧਾਲੂ ਬਣ ਚੱਕਿਆ ਸੀ ਪੂਰਨ ਤੌਰ ਤੇ। ਸੰਤ ਜੀ ਆਉਂਦੇ ਜਾਂਦੇ ਜਲਾਲਾਬਾਦ ਹੀ ਆਉਂਦੇ ਸੀਗੇ ਜੀ ਇੱਧਰ। ਜੀ। ਤੇ ਫਿਰ ਸੁਖਦੇਵ ਸਿੰਘ ਸੁੱਖਾ ਨਾਲ ਕਿਵੇਂ ਹੋਈ ਘਟਨਾ ਜਿਹੜੀ ਤੁਸੀਂ ਦੱਸੀ ਸੀ, ਉਹਦੇ ਬਾਰੇ ਥੋੜਾ ਚਾਨਣਾ ਪਾਓ। ਇਹ ਜੀ ਜਦੋਂ 1984 ਦਾ ਦੌਰ ਹਮਲਾ ਹੋਇਆ ਦਰਬਾਰ ਸਾਹਿਬ ਤੇ, ਜੀ ਤੇ ਫੜੋ ਫੜੀ ਸ਼ੁਰੂ ਹੋ ਗਈ ਸਿੰਘਾਂ ਦੀ, ਜੀ। ਤੇ ਮੇਰੇ ਤੇ ਵੀ ਕੱਸ ਆ ਗਿਆ ਬਹੁਤ, ਕਿਉਂਕਿ ਮੈਂ ਵੀ ਇੱਥੋਂ ਘਰ ਛੱਡ ਕੇ ਚਲਾ ਗਿਆ ਜੀ। ਤੇ ਕਈ ਸਾਲ ਮੈਂ ਬਾਹਰ ਵੀ ਰਿਹਾ। ਜੀ। ਤੇ ਮੈਂ ਨਾ ਜੀ ਜਦੋਂ ਦਰਬਾਰ ਸਾਹਿਬ ਗਿਆ, ਜੀ ਕਾਰ ਸੇਵਾ ਹੋਈ ਸਰੋਵਰ ਸਾਹਿਬ ਦੀ, ਜੀ। ਤੇ ਉਸ ਤੋਂ ਬਾਅਦ ਦੇ ਵਿੱਚ ਮੈਨੂੰ ਸਿੰਘ ਆਪਣੀ ਦਮਦਮੀ ਟਕਸਾਲ ਦੇ ਕਹਿਣ ਲੱਗੇ ਵੀ ਤੁਸੀਂ ਇੱਥੇ ਹੀ ਆਓ, ਆਪਾਂ ਪ੍ਰਚਾਰ ਲਹਿਰ ਕਰੀਏ ਵੀ ਤੁਸੀਂ ਕਥਾਵਾਚਕ ਹੋ। ਜੀ। ਤੇ ਉਹ ਜੀ ਸ਼੍ਰੋਮਣੀ ਕਮੇਟੀ ਦੇ ਨਾਲ ਮਿਲਾਪ ਹੋਣ ਕਰਕੇ ਕੁਝ ਸਿੰਘ ਜਿਹੜੇ ਸੀਗੇ ਤੇ ਚੜ੍ਹਦੀ ਕਲਾ ਵਾਲੇ ਸੀ, ਭਾਈ ਸੁਖਦੇਵ ਸਿੰਘ ਸਖੀਰੇ ਵਰਗੇ, ਜੀ। ਤੇ ਉਹਨਾਂ ਨੇ ਜੀ ਸ਼੍ਰੋਮਣੀ ਕਮੇਟੀ ਨਾਲ ਇਹ ਗੱਲ ਕੀਤੀ ਵੀ ਸਾਡੇ ਜਿਹੜੇ ਸਿੰਘ ਹੈ ਪੜ੍ਹੇ ਲਿਖੇ ਨੇ, ਉਹਨਾਂ ਨੂੰ ਤੁਸੀਂ ਸ਼੍ਰੋਮਣੀ ਕਮੇਟੀ ਵਿੱਚ ਐਡਜਸਟ ਕਰੋ। ਤੇ ਮੈਨੂੰ ਜੀ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਬਤੌਰ ਗੁਰਦੁਆਰਾ ਇੰਸਪੈਕਟਰ ਉਹਨਾਂ ਨੇ ਮੈਨੂੰ ਭਰਤੀ ਕਰਵਾ ਦਿੱਤਾ ਸੀਗਾ ਜੀ। ਤੇ ਸੁਖਦੇਵ ਮੇਰੇ ਕੋਲ ਜਾਣ ਲੱਗ ਗਿਆ ਜੀ, ਛੋਟਾ ਭਰਾ ਵੀ। ਤੇ ਉਸ ਤੋਂ ਬਾਅਦ ਜੀ ਪੰਥਕ ਕਮੇਟੀ ਨੇ ਖਾਲਿਸਤਾਨ ਦਾ ਐਲਾਨ ਕਰ ਦਿੱਤਾ। ਤੇ ਥੋੜ੍ਹੇ ਸਮੇਂ ਤੋਂ ਬਾਅਦ ਹੀ ਜਦੋਂ ਬਹੁਤ ਤੇਜ਼ ਹੋ ਗਈ ਬਰਨਾਲੇ ਦੀ ਸਰਕਾਰ ਵੇਲੇ ਫੜੋ ਫੜਾਈ, ਤੇ ਮੈਨੂੰ ਜੀ ਕਿਸੇ ਨੇ ਇਹ ਕਹਿ ਕੇ ਫੜਾ ਦਿੱਤਾ ਕਿ ਬਈ ਇਹ ਖਾੜਕੂਆਂ ਦੇ ਨਾਲ ਸੰਪਰਕ ਹੈ ਤੇ ਇਹ ਜਥੇ ਦਾ ਸਿੰਘ ਹੈ ਤੇ ਇਹਦੇ ਕੋਲ ਸਾਰੇ ਆਉਂਦੇ ਨੇ। ਮੈਨੂੰ ਆਲਮ ਨੇ ਤੇ DIG ਜਿਹੜੇ ਉਸ ਵੇਲੇ ਵਿਰਕ ਸੀ ਜੀ BSF ਦਾ, ਉਦੋਂ ਬਾਅਦ ਦੇ ਵਿੱਚ ਉਹ DIG ਪੰਜਾਬ ਵੀ ਬਣਿਆ ਜੀ। ਤੇ ਇਹਨਾਂ ਨੇ ਮੈਨੂੰ ਜੀ ਇੱਕ ਜਗ੍ਹਾ ਤੋਂ ਜਾ ਕੇ ਤੇ ਮੁਖਬਰੀ ਦੇ ਉੱਤੇ ਕਾਲੇ ਸ਼ੀਸ਼ਿਆਂ ਵਾਲੀ ਗੱਡੀ 'ਚ ਮੈਨੂੰ ਜੀ ਉਹਨਾਂ ਨੇ ਅਰੈਸਟ ਕਰਾ ਦਿੱਤਾ। ਤੇ ਮੇਰੇ ਤੇ ਅੰਨਾ ਤਸ਼ੱਦਦ ਜੀ, ਆਲਮ ਨੇ ਬਹੁਤ ਜ਼ਿਆਦਾ ਤਸ਼ੱਦਦ ਮੇਰੇ ਤੇ ਢਾਇਆ ਜੀ। ਤੇ ਮੇਰੀ ਗ੍ਰਿਫਤਾਰੀ ਪਈ ਜੀ 1 ਮਹੀਨਾ, ਮੈਨੂੰ 17 ਦਿਨ ਕਦੇ ਕਿਤੇ ਲਈ ਫਿਰਦੇ ਰਹੇ ਤੇ ਲੁਕੋ ਕੇ ਰੱਖਦੇ ਸੀ ਮੈਨੂੰ। ਇੰਟਰੋਗੇਟ ਹੀ ਕਰਦੇ ਰਹੇ ਤੁਹਾਨੂੰ 1 ਮਹੀਨਾ? ਹਾਂਜੀ ਜੀ। ਇੰਟਰੋਗੇਟਨ ਤਾਂ ਜੀ ਥੋੜ੍ਹੇ ਦਿਨ ਹੀ ਕੀਤਾ, ਪਰ ਮੇਰੇ ਮੇਰੇ ਸਰੀਰ ਦੀ ਹਾਲਤ ਇਹੋ ਜਿਹੀ ਗਈ ਸੀ ਤੇ ਪੇਸ਼ ਨਹੀਂ ਸੀ ਅਦਾਲਤ 'ਚ ਕਰਦੇ। ਜਦੋਂ ਮੈਂ ਤੁਰਨ ਫਿਰਨ ਲੱਗ ਗਿਆ, ਪੈਰ ਵੱਡੇ ਹੋ ਗਏ ਸੀ ਮੇਰੇ, ਤੇ ਜਦੋਂ ਮੈਂ ਤੁਰਨ ਫਿਰਨ ਮਾੜਾ ਮੋਟਾ ਲੱਗਾ ਤੇ ਫਿਰ ਉਹਨਾਂ ਨੇ ਮੈਨੂੰ ਅਦਾਲਤ 'ਚ ਪੇਸ਼ ਕਰਕੇ ਤੇ ਫਿਰ ਰਿਮਾਂਡ ਲੈ ਕੇ ਤੇ ਫਿਰ ਮੈਨੂੰ ਉਹਨਾਂ ਨੇ ਗੁਮਟਾਲਾ ਜੇਲ੍ਹ 'ਚ ਭੇਜ ਦਿੱਤਾ। ਉੱਥੋਂ ਜੀ ਫਿਰ ਮੈਂ ਸ਼੍ਰੋਮਣੀ ਕਮੇਟੀ ਦਾ ਮੈਂ ਬਿਲਕੁਲ ਨਹੀਂ ਜੀ ਕੁਛ ਲਿਆ, ਕਿਉਂਕਿ ਸ਼੍ਰੋਮਣੀ ਕਮੇਟੀ ਦਾ ਮੈਂ ਮੁਲਾਜ਼ਮ ਹੋਣ ਦੇ ਨਾਤੇ ਵੀ ਮੈਂ ਆਪਣਾ ਕੇਸ ਆਪ ਆਪਣੇ ਪੈਸਿਆਂ ਨਾਲ ਲੜਿਆ। ਸ਼੍ਰੋਮਣੀ ਕਮੇਟੀ ਦੇ ਕੀਤੇ ਹੋਏ ਵਕੀਲ ਤੋਂ ਮੈਂ ਕੋਈ ਕੇਸ ਨਹੀਂ ਲੜਿਆ ਜੀ ਉਹਨੇ। ਭਾਈ ਬਲਦੇਵ ਸਿੰਘ ਜੀ ਦਾ ਕਹਿਣਾ ਕਿ ਜਿਵੇਂ ਕਿ ਜਿਹੜੇ ਹੁਣ ਵੀ ਬੰਦੀ ਸਿੰਘ ਆ ਉਹਨਾਂ ਤੇ ਸ਼੍ਰੋਮਣੀ ਕਮੇਟੀ ਵਾਲੇ ਜਿਹੜੇ ਖਰਚਾ ਕਰਕੇ ਵਕੀਲ ਕਰ ਰਹੇ ਆ ਤੇ ਉਹ ਰਿਹਾਈਆਂ ਉਵੇਂ ਹੋ ਰਹੀਆਂ, ਪਰ ਇਹਨਾਂ ਨੇ ਕਿਹਾ ਕਿ ਮੈਂ ਸ਼੍ਰੋਮਣੀ ਕਮੇਟੀ ਦਾ 1 ਰੁਪਈਆ ਨਹੀਂ ਲਵਾਇਆ, ਬਲਕਿ ਮੈਂ ਆਪਣੀ ਜੇਬ 'ਚੋਂ ਵਕੀਲ ਐਡਵੋਕੇਟ ਕਰਕੇ ਆਪਣੀਆਂ ਜ਼ਮਾਨਤਾਂ ਕਰਾਈਆਂ। ਬਿਲਕੁਲ ਜੀ ਇਸ ਤਰੀਕੇ ਨਾਲ? ਹਾਂਜੀ। ਤੇ ਫਿਰ ਮੇਰੀ ਜੀ ਇੱਥੋਂ ਲੋਅਰ ਕੋਰਟ 'ਚੋਂ, ਸੈਸ਼ਨ ਕੋਰਟ 'ਚੋਂ, ਅੰਮ੍ਰਿਤਸਰ ਤੋਂ
ਮੇਰੀ ਰਿਜੈਕਟ ਹੋ ਗਈ ਜ਼ਮਾਨਤ, ਕਿਉਂਕਿ ਮੇਰੇ ਤੇ 3/4 ਲੱਗੀ ਹੋਈ ਸੀਗੀ। ਤੇ ਫਿਰ ਜੀ ਹਾਈ ਕੋਰਟ ਦੇ ਵਿੱਚ ਮੇਰਾ ਕੇਸ ਗਿਆ ਤੇ ਸਰਦਾਰ ਅਮਰ ਸਿੰਘ ਚਾਹਲ ਜਿਹੜੇ ਹਵਾਰਾ ਜੀ ਦੇ ਹੈਗੇ ਆ ਵਕੀਲ ਨੇ, ਤੇ ਇਹਨਾਂ ਨੇ ਫਿਰ ਲਾਇਆ ਮੇਰਾ ਕੇਸ, ਫਿਰ ਰਿਜੈਕਟ ਹੋ ਗਿਆ। ਦੂਜੀ ਵਾਰ ਇਹਨਾਂ ਨੇ ਮੇਰੀ ਜ਼ਮਾਨਤ ਕਰਵਾਈ ਤੇ ਮੈਂ ਜੇਲ੍ਹ ਤੋਂ ਬਾਹਰ ਆਇਆ। ਫਿਰ ਮੈਨੂੰ 9 ਦਿਨ ਚੱਕ ਕੇ ਫਿਰ ਰੱਖਿਆ ਜੀ। ਫਿਰ ਮੈਂ ਬਾਹਰ ਆਉਣ ਸਾਰ ਹਾਂਜੀ 9 ਦਿਨਾਂ ਤੋਂ ਬਾਅਦ ਮੇਰੇ ਪਿਤਾ ਜੀ ਦੀ ਬਹੁਤ ਭੱਜ ਦੌੜ ਦੇ ਨਾਲ ਜੀ ਫਿਰ ਮੈਨੂੰ ਉਹਨਾਂ ਨੇ ਉੱਥੋਂ ਆਪਣੇ ਥਾਣਾ ਡੀ ਤੋਂ ਮਤਲਬ ਮੈਨੂੰ ਫਿਰ ਰਿਹਾ ਕੀਤਾ ਜੀ। ਭਾਈ ਸਾਹਿਬ ਜੇ ਆਪਾਂ ਗੱਲ ਕਰੀਏ, ਤੁਹਾਨੂੰ ਤਾਂ ਇੰਟਰੋਗੇਟ ਕੀਤਾ ਗਿਆ, ਤੁਹਾਡੇ ਪਰਿਵਾਰ ਜਾਂ ਤੁਹਾਡੇ ਭਾਈ ਜਾਂ ਤੁਹਾਡੇ ਬੱਚਿਆਂ ਨੂੰ ਇੰਟਰੋਗੇਟ ਕੀਤਾ ਗਿਆ? ਹਾਂਜੀ, ਮੈਂ ਵਿਆਹ ਨਹੀਂ ਜੀ ਕਰਾਇਆ, ਮੇਰਾ ਬੱਚਾ ਕੋਈ ਨਹੀਂਗਾ। ਮੇਰੇ ਭਰਾਵਾਂ ਦੇ ਬੱਚੇ ਹੀ ਮੇਰੇ ਬੱਚੇ ਨੇ ਜੀ। ਤੇ ਛੋਟਾ ਭਰਾ ਹੈ ਹਰਨੇਕ ਸਿੰਘ, ਇਹਨੂੰ ਬਹੁਤ ਤਸ਼ੱਦਦ ਝੱਲਿਆ ਜੀ। ਥੋੜੇ ਦਿਨਾਂ ਬਾਅਦ ਲੈ ਜਾਂਦੇ ਸੀ ਤੇ ਪੰਚਾਇਤ ਜਾਂਦੀ ਛਡਾ ਲਿਆਉਂਦੀ ਸੀ। ਸੁਖਵਿੰਦਰ ਸਿੰਘ ਹੈ ਬਾਗੇ ਪੁਰਾਣੇ ਰਹਿੰਦੇ, ਇਹਨੂੰ ਵੀ 3 ਮਹੀਨੇ ਸ਼ਾਮ ਸੁੰਦਰ ਫਰੀਦਕੋਟ ਵਾਲਾ ਲਈ ਫਿਰਦਾ ਰਿਹਾ ਜੀ, ਕਦੇ ਕਿਤੇ ਲੈ ਗਿਆ ਕਦੇ ਕਿਤੇ ਲੈ ਗਿਆ। ਤੇ ਦੂਸਰਾ ਜਿਹੜਾ ਭਰਾ ਸੀ ਸੁਖਦੇਵ, ਉਹਨੂੰ ਲੈ ਜਾਂਦੇ ਸੀਗੇ ਤੇ ਇਉਂ ਕਰਦਾ ਹੀ ਉਹ ਵੀ ਫਿਰ ਡਰ ਦੇ ਨਾਲ ਜੀ ਸਾਰੇ ਘਰ ਤੋਂ ਬਾਹਰ ਰਹਿਣ ਲੱਗ ਗਏ ਜੀ। ਤੁਸੀਂ ਘਰ ਤੋਂ ਬਾਹਰ ਕਿੰਨਾ ਟਾਈਮ ਰਹੇ? ਮੈਂ ਜੀ ਘੱਟੋ ਘੱਟ 13-14 ਸਾਲ ਘਰੇ ਨਹੀਂ ਵੜਿਆ। ਜੇਕਰ ਆਪਾਂ ਉਸੇ ਗੱਲ ਤੇ ਫਿਰ ਆ ਜਾਈਏ, ਸੁਖਦੇਵ ਸਿੰਘ ਦਾ ਕਿਵੇਂ ਜਿਹੜੀ ਗੱਲ ਹੋਈ ਸੀ ਵੀ ਇਨਕਾਊਂਟਰ ਹੋਇਆ ਗਿਆ, ਕਿ ਤੁਹਾਨੂੰ ਕਿਵੇਂ ਪਤਾ ਲੱਗਿਆ? ਹਾਂਜੀ, ਸੁਖਦੇਵ ਸਿੰਘ ਜੀ ਘਰੋਂ ਚਲਿਆ ਗਿਆ ਜੀ ਤੇ ਘਰੇ ਆਉਂਦਾ ਨਹੀਂ ਸੀ ਜੀ, ਤੇ ਕਿਤੇ ਕਿਤੇ ਆ ਜਾਂਦਾ ਸੀਗਾ ਤੇ ਉਂਝ ਆਉਂਦਾ ਨਹੀਂ ਸੀ ਘਰੇ। ਤੇ ਸਾਨੂੰ ਜੀ ਕੋਈ ਸੁਨੇਹਾ ਦੇ ਕੇ ਗਿਆ ਬਈ ਸਹਿਣੇ ਸੁਖਦੇਵ ਸਿੰਘ ਜਲਾਲਾਬਾਦ ਦਾ ਫੜਿਆ ਹੋਇਆ ਤੇ ਬਈ ਭਾਈ ਉਹ ਬਲਦੇਵ ਸਿੰਘ ਮਸਕੀਨ ਦਾ ਭਰਾ ਹੈ। ਤੇ ਜਦੋਂ ਜੀ ਉਹ ਪਿਤਾ ਜੀ ਗਏ, ਮੇਰੇ ਪਿਤਾ ਜੀ ਗਏ ਜੀ ਬਰਨਾਲੇ ਤੇ ਉੱਥੋਂ ਮੁੜੇ ਆਏ, ਕਿਉਂਕਿ ਉੱਥੇ ਡੀਐਸਪੀ ਜਿਹੜਾ ਗੁਰਮੀਤ ਸਿੰਘ ਸੀ ਜੀ, ਉਹ ਬਹੁਤ ਜ਼ਾਲਮ ਕਿਸਮ ਦਾ ਆਦਮੀ ਸੀਗਾ ਜੀ। ਤੇ ਮੇਰੇ ਪਿਤਾ ਜੀ ਉਹਦੇ ਮੱਥੇ ਨਹੀਂ ਲੱਗੇ ਤੇ ਆ ਗਏ ਤੇ ਕਿਸੇ ਲੀਡਰ ਦੀ ਚਿੱਠੀ ਲੈ ਕੇ ਤੇ ਗਏ ਤੇ ਮੇਰੇ ਪਿਤਾ ਜੀ ਨੂੰ ਕਹਿਣ ਲੱਗਿਆ, ਹਾਂ ਬਈ ਕਿਵੇਂ ਆਇਆ ਤੂੰ? ਮੇਰੇ ਪਿਤਾ ਜੀ ਨੇ ਦੱਸਿਆ ਜਦੋਂ ਚਿੱਠੀ ਅੱਗੇ ਕੀਤੀ ਤੇ ਕੁਛ ਉਹਨੇ ਦੇਖਿਆ ਵੀ ਦੂਰੋਂ ਆਏ ਨੇ, ਕਹਿਣ ਲੱਗਿਆ ਜੀ ਬੈਠ ਜਾਓ। ਬਿਠਾਇਆ। ਮੇਰੇ ਪਿਤਾ ਜੀ ਕਹਿਣ ਲੱਗੇ ਜੀ ਮੈਂ ਸੁਖਦੇਵ ਬਾਰੇ ਪੁੱਛ-ਗਿੱਛ ਕਰਨ ਆਇਆ ਹੈ ਤੇ ਮੈਂ ਜਲਾਲਾਬਾਦ ਤੋਂ ਆਇਆ, ਮੇਰਾ ਬੇਟਾ ਸੀ ਉਹ। ਤੇ ਉਹ ਮਤਲਬ ਬੱਸ ਦੇ ਵਿੱਚੋਂ ਸਾਨੂੰ ਪਤਾ ਲੱਗਿਆ ਵੀ ਲਾਹ ਕੇ ਪੁਲਿਸ ਨੇ ਫੜ ਲਿਆ ਤੇ ਵੀ ਸਾਨੂੰ ਪਤਾ ਨਹੀਂਗਾ, ਤੇ ਸਾਨੂੰ ਤਾਂ ਸੁਨੇਹਾ ਪਹੁੰਚਿਆ ਵੀ ਸਾਨੂੰ ਪਤਾ ਲੱਗਿਆ। ਤੇ ਉਹ ਕਹਿਣ ਲੱਗਿਆ ਵੀ ਤੂੰ ਸਿਕੰਦਰ ਸਿੰਘ ਬਿਲਕੁਲ ਝੂਠ ਨਾ ਬੋਲ, ਉਹ ਤਾਂ ਦਇਆ ਸਿੰਘ ਲਾਹੌਰੀਏ ਦੇ ਘਰੋਂ ਅਸੀਂ ਫੜਿਆ ਤੇ ਜਿਹੜਾ ਚੋਟੀ ਦਾ ਅੱਤਵਾਦੀ ਹੈ ਜੀ। ਤੇ ਮੇਰੇ ਪਿਤਾ ਜੀ ਕਹਿਣ ਲੱਗੇ ਜੀ ਇਸ ਤਰ੍ਹਾਂ ਦਾ ਤਾਂ ਉਹ ਹੈ ਨਹੀਂ ਸੀ। ਉਹ ਕਹਿੰਦਾ ਨਹੀਂ, ਥੋੜੇ ਦਿਨਾਂ ਤੱਕ ਤੈਨੂੰ ਪਤਾ ਲੱਗ ਜੂ, ਤੂੰ ਆਪਦੇ ਮੁੰਡੇ ਨੂੰ ਹੀ ਪੁੱਛ ਲਈ ਤੇ ਅਸੀਂ ਜੇਲ੍ਹ ਭੇਜ ਦੇਣਾ, ਬਾਕੀ ਕਾਰਵਾਈ ਸਾਰੀ ਪੂਰੀ ਹੋ ਗਈ ਹੈ ਜੀ। ਤੇ ਮੇਰੇ ਪਿਤਾ ਜੀ ਫਿਰ ਉਹ ਤੀਜੇ ਚੌਥੇ ਦਿਨ ਜਦੋਂ ਗਏ ਜੀ ਜੇਲ੍ਹ 'ਚ, ਫਿਰ ਉਹਦੀ ਮੁਲਾਕਾਤ ਪਾਈ। ਤੁਸੀਂ ਗੱਲ ਇਹ ਕਹੀ ਸੀ ਵੀ ਸੁਖਦੇਵ ਸਿੰਘ ਸੁੱਖਾ ਦਾ ਇਨਕਾਊਂਟਰ ਕੀਤਾ ਗਿਆ, ਹੁਣ ਤੁਸੀਂ ਕਿਹਾ ਵੀ ਉਹ ਪਹਿਲਾਂ ਉਹ ਜੇਲ੍ਹ ਵੀ ਗਿਆ ਸੀਗਾ? ਹਾਂਜੀ, ਤੇ ਉੱਥੇ ਕਈ ਕੇਸ ਸੀਗੇ ਜੀ ਜੇਲ੍ਹ ਦੇ ਵਿੱਚ ਪਾ ਕੇ। ਗੁਰਮੀਤ ਸਿੰਘ ਨੇ ਹੀ ਦੱਸਿਆ ਤਾਂ ਵੀ ਉੱਥੇ ਕੇਸ ਨੇ ਤੇ ਅਸੀਂ ਜੇਲ੍ਹ ਭੇਜਤਾ ਵੀ ਖੜਕੂ ਦੇ ਘਰੋਂ ਫੜਿਆ ਗਿਆ, ਅੱਤਵਾਦੀ ਦੇ ਘਰੋਂ ਫੜਿਆ ਗਿਆ। ਤੇ ਮੇਰੇ ਪਿਤਾ ਜੀ ਮੁਲਾਕਾਤ ਪਾ ਕੇ ਆਏ ਜੀ। ਬਾਅਦ 'ਚ ਸਾਨੂੰ ਫਿਰ ਨਹੀਂ ਪਤਾ ਲੱਗਿਆ। ਫਿਰ ਬਾਘੇ ਪੁਰਾਣੇ ਦਾ ਜਿਹੜਾ ਇੰਚਾਰਜ ਸੀ, ਸਾਡੇ ਨੇੜੇ ਹੀ ਭਿੰਡਰ ਪਿੰਡ ਪੈਂਦਾ ਜੀ, ਇੱਥੋਂ ਦਾ ਜੀ ਕਸ਼ਮੀਰ ਸਿੰਘ ਭਿੰਡਰ ਇੰਚਾਰਜ ਸੀ। ਇੱਥੋਂ ਦੀ ਪੁਲਿਸ ਉਹਨੂੰ ਰਿਮਾਂਡ 'ਤੇ ਲੈਣ ਗਈ ਤੇ ਉੱਥੋਂ ਜੇਲ੍ਹ ਸੁਪਰਡੈਂਟ ਨੇ ਦਿੱਤੀ ਨਹੀਂ, ਇਜਾਜ਼ਤ ਨਹੀਂ ਦਿੱਤੀ। ਦੂਜੀ ਵਾਰ ਲੈਣ ਗਈ ਤੇ ਲਿਆਂਦੀ, ਉਹਨਾਂ ਨੇ ਇਜਾਜ਼ਤ ਦੇਤੀ ਤੇ ਇਹਨਾਂ ਨੇ ਲਿਆਂਦਾ ਜੀ ਮੋਗੇ, ਜੱਜ ਕੋਲ ਲੈ ਕੇ ਗਏ। ਜੱਜ ਨੇ ਜੀ ਉਹਨਾਂ ਦਾ ਰਿਮਾਂਡ ਨਹੀਂ ਦਿੱਤਾ। ਉਹ ਕਹਿੰਦਾ ਪਹਿਲਾਂ ਤੁਸੀਂ ਉੱਥੇ ਹੀ ਛੱਡ ਕੇ ਆਓ, ਢਿੱਲਾ ਹੈ ਇਹ, ਤੇ ਬਾਅਦ ਦੇ ਵਿੱਚ ਲਿਆਉਂਗੇ ਮੈਂ ਰਿਮਾਂਡ ਦਊਂਗਾ। ਤੇ ਇਹ ਜੀ ਹੋਰ ਇੱਕ ਜੱਜ ਕੋਲ ਲੈ ਗਏ, ਕੋਠੀ 'ਚ ਲੈ ਗਏ ਉਹਦੇ ਘਰੇ ਮੋਗੇ। ਤੇ ਉਸ ਜੱਜ ਨੇ ਜੀ 19 ਤਰੀਕ ਜੁਡੀਸ਼ੀਅਲ ਮਤਲਬ ਦੇਤੀ ਵੀ 19 ਤਰੀਕ ਨੂੰ ਤੁਸੀਂ 19/6/12 ਨੂੰ ਤੁਸੀਂ ਮੇਰੇ ਇੱਥੇ ਪੇਸ਼ ਕਰੋ, ਫਿਰ ਮੈਂ ਰਿਮਾਂਡ ਦਊਂ। ਹਾਂਜੀ, 19-20 ਤਰੀਕ ਨੂੰ ਮਤਲਬ ਮੇਰੇ ਕੋਲ ਪੇਸ਼ ਕਰਿਓ। ਤੇ ਪਰ ਜੀ ਇਹਨਾਂ ਨੇ ਲਿਜਾ ਕੇ ਤੇ ਉਹਨੂੰ ਟੌਰਚਰ ਕਰਕੇ ਥਾਣੇ ਦੇ ਵਿੱਚ ਹੀ ਸ਼ਹੀਦ ਕਰ ਦਿੱਤਾ। ਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਫਿਰ? ਤੁਹਾਨੂੰ ਕਿੰਨੇ ਟਾਈਮ ਬਾਅਦ ਪਤਾ ਲੱਗਿਆ? ਹਾਂਜੀ, ਸਾਨੂੰ ਇਉਂ ਪਤਾ ਲੱਗਿਆ ਜੀ, ਸਾਡੇ ਪਿੰਡ ਦੇ ਐਮਐਲਏ ਸੀ ਸਰਦਾਰ ਕੁਲਤਾਰ ਸਿੰਘ ਜੀ, ਗਿੱਲ ਸਰਕਾਰ ਵੇਲੇ ਸੀਗੇ। ਉਹਨਾਂ ਦਾ ਬੇਟਾ ਸੀ ਡਾਕਟਰ ਇਕਬਾਲ ਸਿੰਘ, ਉਹ ਜਲਾਲਾਬਾਦ ਤੋਂ ਆਪਦਾ ਕਲੀਨਿਕ ਬਾਘੇ ਵਾਲੇ ਲੈ ਗਿਆ ਸੀਗਾ। ਤੇ ਉਹਨੇ ਜੀ ਮੇਰੇ ਭਰਾ ਦੀਆਂ ਪੱਟੀਆਂ ਪੁੱਟੀਆਂ ਕੀਤੀਆਂ, ਸਾਰਾ ਕੁਝ ਝੁਲਸਿਆ ਪਿਆ ਸੀ। ਤੇ ਇਹਨਾਂ ਯਾਨੀ ਕਿ ਟੌਰਚਰ ਕੀਤਾ, ਇੰਟਰੋਗੇਟ ਇਹਨਾਂ ਕੀਤਾ। ਹਾਂਜੀ, ਤੇ ਉਹਨੂੰ ਅਸੀਂ ਪੁੱਛਿਆ ਵੀ ਇਹ ਲਿਆਇਆ ਕਾਹਦੀ ਖਾਤਰ ਹੈ? ਉਹਨੇ ਜਣੀ ਕਿਹਾ, ਉਹ ਕਹਿੰਦਾ ਮੈਂ ਕਸ਼ਮੀਰ ਸਿੰਘ ਭਿੰਡਰ ਨੂੰ ਕਿਹਾ ਵੀ ਦੇਖ ਆਪਣਾ ਗੁਆਂਢ ਹੈ ਵੀ ਤੂੰ ਇਹਨੂੰ ਸੁਖਦੇਵ ਸਿੰਘ ਸੁੱਖੇ ਨੂੰ ਲੈ ਕੇ ਆਇਆ ਤੇ
ਮੈਨੂੰ ਇੰਨਾ ਕੁ ਤਾਂ ਦੱਸ ਦੇ ਵੀ ਕਾਹਦੇ 'ਚ ਤੂੰ ਇੰਨਾ ਕੁੱਟਿਆ ਮਾਰਿਆ ਇਹਨੂੰ ਕੀਤਾ ਤੇ ਵੀ ਤੂੰ ਲਿਆਇਆ ਕਾਹਦੇ 'ਚ ਹੈ? ਕਹਿੰਦਾ ਤੈਨੂੰ ਨਹੀਂ ਪਤਾ, ਇਹਨੇ ਕਹਿੰਦਾ ਪੁਲਿਸ ਅਫਸਰ ਕਹਿੰਦਾ 4-5 ਮਾਰੇ ਹੋਏ ਨੇ, ਇਸ ਕਰਕੇ ਕਹਿੰਦਾ ਇਹ ਛੱਡਣ ਵਾਲਾ ਬੰਦਾ ਨਹੀਂ। ਜੀ। ਹਾਂਜੀ। ਤੇ ਫਿਰ ਅੱਜ ਜਿਹੜੀ ਹੁਣ ਦੀ ਆਪਾਂ ਗੱਲ ਕਰੀਏ ਤਾਂ ਮਾਤਾ ਜਿਹੜੀ ਤੁਹਾਡੀ ਸੀ ਉਸ ਨੂੰ ਉਡੀਕਦੀ ਰਹੀ 32 ਸਾਲ। 32 ਸਾਲ ਫਿਰ ਮਾਤਾ ਨਹੀਂ ਤੁਹਾਡੇ ਤੋਂ ਪੁੱਛਦੀ ਰਹੀ ਕਿਵੇਂ ਵੀ? ਹਾਂਜੀ, ਮਾਤਾ ਜੀ ਪੁੱਛਦੇ ਵੀ ਰਹੇ, ਜੀ ਅਸੀਂ ਟਾਲਾ ਵੀ ਲਾਉਂਦੇ ਰਹੇ ਜੀ ਤੇ ਕਈ ਵਾਰੀ ਕਹਿ ਦੇਣਾ ਮਾਤਾ ਕੋਈ ਨਹੀਂ ਆ ਜਾਊਗਾ। ਜੀ ਤੇ ਜੇ ਕਿਤੇ ਜੇਲ੍ਹ ਤੋਂ ਆਉਣਾ ਤਾਂ ਜੇ ਕਿਸੇ ਸਿੰਘ ਨੇ ਮਿਲ ਜਾਣਾ ਤਾਂ ਮਾਤਾ ਨੂੰ ਲਿਆ ਕੇ ਮਿਲਾ ਦੇਣਾ। ਉਹਨੇ ਕਹਿਣਾ ਪੁੱਤ ਤੂੰ ਜੇਲ੍ਹ ਤੋਂ ਆਇਆ ਤੇ ਸੁਖਦੇਵ ਦੇਖਿਆ। ਤੇ ਇੱਕ ਸਿੰਘ ਤਾਂ ਬਠਿੰਡੇ ਵੱਲ ਦਾ ਸੀਗਾ ਜੀ, ਉਹ ਤਾਂ ਇੱਥੋਂ ਤੱਕ ਵੀ ਕਹਿ ਗਿਆ ਸੀ ਮੈਂ ਉਹਨੂੰ ਜੇਲ੍ਹ 'ਚ ਮਿਲਿਆ, ਇਹਨੂੰ ਧਰਵਾਸਾ ਦਵਾ ਗਿਆ। ਤੇ ਚੱਲ ਅਸੀਂ ਕਿਹਾ ਵੀ ਕਈ ਵਾਰੀ ਜਿਵੇਂ ਡਾਕਟਰ ਵਿਸ਼ਵਾਸ ਦਵਾ ਕੇ ਦਵਾਈ ਦਿੰਦੇ ਨੇ ਹੈ ਨਾ, ਤੇ ਉਸ ਤਰੀਕੇ ਦੇ ਨਾਲ ਸਾਈਕੋਲੋਜੀਕਲੀ ਮਤਲਬ ਮਾਤਾ ਥੋੜਾ ਜਿਹਾ ਫੀਲ ਕਰ ਜਾਂਦੀ ਸੀਗੀ ਤੇ ਠੀਕ ਹੋ ਜਾਂਦੀ ਸੀਗੀ। ਮਾਤਾ ਨੇ ਕਦੇ ਤੁਹਾਨੂੰ ਆਏ ਨਹੀਂ ਕਿਹਾ ਵੀ ਮੇਰੀ ਵੀ ਮੁਲਾਕਾਤ ਕਰਾ ਲਿਓ? ਕਹਿੰਦੇ ਸੀਗੇ ਜੀ, ਪਰ ਉਹ ਕਹਿ ਦਿੰਦੀ ਸੀਗੀ ਤੇ ਮੈਨੂੰ ਬੁਲਾਓ। ਅਸੀਂ ਕਹਿੰਦੇ ਸੀਗੇ ਹੁਣ ਕੋਈ ਗੱਲ ਨਹੀਂ, ਜੇਲ੍ਹ ਬਦਲਦੇ ਰਹਿੰਦੇ ਆ ਉਹ, ਵੀ ਕਦੇ ਕਿਸੇ ਜੇਲ੍ਹ 'ਚ ਕਦੇ ਕਿਸੇ ਜੇਲ੍ਹ 'ਚ, ਤੇ ਇਸ ਤਰੀਕੇ ਦੇ ਨਾਲ ਕਰਕੇ ਜੀ ਟਾਈਮ ਲੰਘਦਾ ਗਿਆ। ਹੁਣ ਤੁਸੀਂ 32 ਸਾਲ ਬਾਅਦ ਆਪਣੇ ਭਰਾ ਦਾ ਵੀ ਭੋਗ ਪਾ ਰਹੇ ਹੋ ਤੇ ਮਾਤਾ ਦਾ ਵੀ ਭੋਗ ਪਾ ਰਹੇ ਹੋ। ਹਾਂਜੀ, ਫਿਰ ਹੁਣ ਸਾਰੇ ਪਰਿਵਾਰ ਨੇ ਸੋਚਿਆ ਜੀ, ਜਦੋਂ ਮਾਤਾ ਜੀ ਉਹਨੂੰ ਉਡੀਕਦੇ ਥੋੜ੍ਹੇ ਦਿਨ ਦੀ ਗੱਲ ਹੈ ਜੀ, ਤੇ ਜਦੋਂ ਰਿਹਾਈ ਸਿੰਘ ਰਿਹਾਈ ਮੋਰਚਾ ਜਿਹੜਾ ਬੰਦੀ ਸਿੰਘ ਰਿਹਾਈ ਮੋਰਚਾ ਹੈ, ਤੇ ਉਹ ਜੀ ਸਿੰਘਾਂ ਨੂੰ ਛੁਡਾਇਆ। 2-3 ਸਿੰਘ ਬਾਹਰ ਪੈਰੋਲ ਤੇ ਵੀ ਆਏ ਤੇ ਸੁਬਾਹ ਹੀ ਉਹ ਅਖਬਾਰ ਪੜ੍ਹ ਲੈਂਦੇ ਸੀ। ਮੈਨੂੰ ਕਹਿਣਾ ਬਲਦੇਵ ਸਿੰਘ ਅਖਬਾਰ ਲੈ ਕੇ ਆ, ਉਰੇ ਲਿਆ ਪਹਿਲਾਂ ਮੇਰੇ ਕੋਲੇ, ਤੇ ਮੈਂ ਉਹਨਾਂ ਨੂੰ ਫੜਾ ਦੇਣਾ। ਉਹਨੇ ਕਹਿਣਾ ਕਿਹੜਾ ਸਿੰਘ ਛੱਡਿਆ ਅੱਜ, ਤੇ ਆਪਣਾ ਸੁਖਦੇਵ ਕਿਵੇਂ ਹੈ, ਸੁਖਦੇਵ ਨੂੰ ਕਦੋਂ ਛੱਡਣਗੇ, ਤੇ ਆ ਕਮਰੇ ਸੁਖਦੇਵ ਦੇ ਆ। ਇਸ ਤਰੀਕੇ ਨਾਲ ਉਹਨਾਂ ਨੇ ਜਦੋਂ ਕਹਿਣ ਲੱਗ ਜਾਂਦੇ ਸੀਗੇ ਜੀ। ਤੁਸੀਂ ਕਿੰਨੇ ਭਾਈ ਹੋ? ਹਾਂਜੀ 4 ਆ ਜੀ, ਉਹਨਾਂ 'ਚੋਂ ਮਤਲਬ ਉਹ ਸ਼ਹੀਦ ਹੋ ਗਏ ਸੀਗੇ ਜੀ। ਜੀ, ਸਾਰੇ ਭਾਈ ਇਕੱਠੇ ਰਹਿੰਦੇ ਹੋਗੇ ਅਲੱਗ-ਅਲੱਗ? ਨਹੀਂ, ਇਹ ਬੁੱਧ ਸਿੰਘ ਵਾਲੇ ਰਹਿੰਦੇ ਆ ਜੀ, ਤੇ ਸੁਖਵਿੰਦਰ ਸਿੰਘ ਇਹ ਛੋਟਾ ਭਰਾ ਹੈ, ਇਹ ਵਿਆਹਿਆ ਹੋਇਆ, ਇਹ ਮੇਰੇ ਨਾਲ ਰਹਿੰਦਾ। ਸੁਖਦੇਵ ਸਿੰਘ ਦੇ ਵਿਆਹ ਨੂੰ 3 ਕੁ ਮਹੀਨੇ ਹੋਏ ਸੀ, ਉਹ ਵਿਚਾਰੀ ਬਹੁਤ ਦੇਰ ਤੱਕ ਉਡੀਕਦੀ ਰਹੀ, ਤੇ ਅਖੀਰ ਫਿਰ ਉਹਨੂੰ ਅਸੀਂ ਇਜਾਜ਼ਤ ਦੇਤੀ ਇੱਥੋਂ ਦੀ ਪੰਚਾਇਤ ਨੇ ਵੀ ਤੂੰ ਬੇਟਾ, ਬਲਵਿੰਦਰ ਕੌਰ ਸੀ ਉਹਦਾ ਨਾਂ, ਮਾਝੇ ਦੀ ਸੀਗੀ, ਤੇ ਵੀ ਤੂੰ ਹੋਰ ਥਾਂ ਤੇ ਸ਼ਾਦੀ ਕਰਾ ਲਾ। ਜੀ, ਤੁਸੀਂ ਸੰਤਾਂ ਜੀ ਨਾਲ ਵੀ ਕਾਫੀ ਸਮਾਂ ਲਾਇਆ, ਤੇ ਜੇਲ੍ਹ ਦੇ ਵਿੱਚ ਤੁਹਾਡਾ ਕਿੰਨਾ ਸਮਾਂ ਲੱਗਿਆ? ਮੇਰਾ ਜੇਲ੍ਹ 'ਚ ਜੀ, ਮੈਂ ਜਦੋਂ ਗੁਮਟਾਲਾ ਜੇਲ੍ਹ ਤੋਂ ਮੇਰੀ ਚਾਲ ਜੀ ਨੇ ਮਤਲਬ ਜ਼ਮਾਨਤ ਕਰਵਾ ਦਿੱਤੀ ਜੀ, ਤੇ ਮੈਂ ਬਾਹਰ ਆ ਗਿਆ, ਤੇ ਉਹ 'ਚੋਂ ਮੈਂ ਕੇਸ 'ਚੋਂ ਬਰੀ ਵੀ ਹੋ ਗਿਆ। ਉਸ ਤੋਂ ਮੈਂ ਉਦੋਂ ਬਾਅਦ 'ਚ ਹੁੰਨਾ ਬਰੀ ਜੀ। ਮੈਨੂੰ ਅਜੇ ਥੋੜ੍ਹਾ ਚਿਰ ਹੀ ਹੋਇਆ ਸੀ ਘਰੇ ਆਏ ਨੂੰ, ਤੇ ਮੈਨੂੰ ਗੋਬਿੰਦ ਰਾਮ ਲੈ ਗਿਆ ਚੱਕ ਕੇ ਬਾਘੇ ਪੁਰਾਣੇ ਤੋਂ ਜੀ। ਜੀ, ਇਹਨੇ ਵੀ ਬਹੁਤ ਟਾਰਚਰ ਕੀਤਾ ਜੀ, ਕਈ ਕੇਸ ਪਾਤੇ ਮੇਰੇ ਨਾਲ, ਇੱਥੋਂ ਤੱਕ ਵੀ ਜੇਲ੍ਹ ਤੋਂ ਰਿਹਾ ਹੋਏ ਬੰਦੇ ਜੇਲ੍ਹ ਤੋਂ ਬਾਹਰੋਂ ਚੱਕ ਕੇ ਲਿਆ ਕੇ ਉਹਨਾਂ ਨੂੰ ਅਟੈਚ ਕਰਕੇ ਮੇਰੇ ਨਾਲ ਕੇਸ ਇਕੱਠੇ ਕਰਤੇ ਜੀ। ਜੀ, ਤੇ ਜਾਣੀ ਕੋਈ ਸੁਣਵਾਈ ਹੈ ਨਹੀਂ ਸੀ। ਫਿਰ ਵੀ ਜੀ, ਤੇ ਬਾਬਾ ਜੋਗਿੰਦਰ ਸਿੰਘ ਜੀ ਦੇ ਵਕੀਲ ਕੀਤੇ ਹੋਏ ਸੀਗੇ ਰਾਜਪੂਤ, ਪਰ ਮੈਂ ਇਨਕਾਰ ਕਰਤਾ ਰਾਜਪੂਤ ਨੂੰ। ਮੈਂ ਕਿਹਾ ਮੈਂ ਪੈਸੇ ਦੇ ਕੇ ਮੈਂ ਆਪਦਾ ਕਰੂੰਗਾ, ਮੈਂ ਸਿੱਖ ਕੌਮ ਲਈ ਅਸੀਂ ਚੱਲਦੇ ਹਾਂ। ਜੇ ਅਸੀਂ ਪੈਸਿਆਂ ਦੀ ਹਵਸ ਦੇ ਵਿੱਚ ਹੀ ਤੁਰੇ ਫਿਰਦੇ ਹਾਂ, ਫਿਰ ਕੌਮ ਦਾ ਦਰਦ ਨਹੀਂ ਅਸੀਂ ਰੱਖ ਸਕਦੇ, ਫਿਰ ਤਾਂ ਸਾਨੂੰ ਪੈਸੇ ਦੀ ਮਤਲਬ ਹਵਸ ਹੋ ਗਈ। ਤੇ ਨਹੀਂ ਜੀ, ਮੈਂ ਫਿਰ ਜਿੰਨਾ ਵੀ ਸੀ ਅਸੀਂ ਜਾਇਦਾਦ 'ਚੋਂ ਹੀ ਲਾ ਲੂ ਕੇ ਸਾਰਾ ਕੁਛ ਕੀਤਾ। ਅੱਜ ਤੱਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾਣਦੇ ਆ ਬਈ ਅੱਜ ਤੱਕ 1 ਰੁਪਈਆ ਵੀ ਨਾ ਕਿਸੇ ਕੌਮ ਤੋਂ, ਨਾ ਕਿਸੇ ਸੰਸਥਾ ਤੋਂ, ਕਿਸੇ ਤੋਂ ਨਹੀਂ ਜੀ ਲਿਆ, ਆਪ ਹੀ ਕੀਤਾ ਜੋ ਕੁਛ ਕੀਤਾ ਜੀ। ਕਿੰਨਾ ਸਮਾਂ? 5 ਸਾਲ ਲਾਇਆ, 3 ਸਾਲ ਜਾਂ ਮਿਲਾ ਕੇ? 2.5-3 ਸਾਲ ਤਾਂ ਜੀ ਮੈਂ ਉੱਥੇ ਮਤਲਬ ਗੁਮਟਾਲੇ ਜੇਲ੍ਹ ਰਿਹਾ, 2.5-3 ਸਾਲ ਹੀ ਮੈਂ ਇੱਥੇ ਰਿਹਾ ਜੀ, ਫਿਰੋਜ਼ਪੁਰ ਰਿਹਾ ਜੇਲ੍ਹ ਦੇ ਵਿੱਚ। ਜੀ, ਘਰ ਤੋਂ ਬਾਹਰ ਤੁਸੀਂ ਕਿੰਨਾ ਟਾਈਮ ਰਹੇ ਜਦੋਂ ਪੁਲਿਸ ਤੁਹਾਡੇ ਪਰਿਵਾਰ ਨੂੰ ਚੱਕ ਰਹੀ ਸੀ, ਤੁਹਾਨੂੰ ਗੇੜੇ ਮਾਰ ਰਹੀ ਸੀ, ਰੇਡ ਮਾਰ ਰਹੀ ਸੀ ਘਰ ਦੇ ਵਿੱਚ? ਤੁਸੀਂ ਘਰ ਤੋਂ ਬਾਹਰ ਕਿੰਨਾ ਸਮਾਂ ਰਹੇ? ਮੈਂ ਘਰ ਤੋਂ ਦੇਖ ਲਓ ਜੀ 4-5 ਸਾਲ, ਜੇ 5-6 ਸਾਲ ਕੱਢ ਕੇ ਤੇ 8-9 ਸਾਲ ਮੈਂ ਘਰੇ ਨਹੀਂ ਜੀ ਬਿਲਕੁਲ ਵੜਿਆ। ਤੇ ਮਾਤਾ ਨੂੰ ਕਦੇ ਮਿਲ ਕੇ ਗਏ ਰਾਤ ਬਰਾਤੇ ਜਦੋਂ, ਕਿਉਂਕਿ ਦੌਰ ਹੀ ਕਾਲਾ ਚੱਲ ਨਹੀਂ ਸੀ ਆਉਂਦਾ ਕਿਤੇ, ਕੀ ਕਹਿਣਾ, ਤੇ ਰਾਤ ਬਰਾਤੇ ਜੇ ਕਿਤੇ ਆ ਵੀ ਗਿਆ ਤੇ ਉਸੇ ਵੇਲੇ 2 ਘੰਟੇ ਰਹਿ ਕੇ ਤੇ ਨਿਕਲ ਜਾਂਦਾ ਸੀ। ਕਦੇ ਐਸਾ ਸਮਾਂ ਵੀ ਆਇਆ ਵੀ ਤੁਸੀਂ ਘਰੇ ਆਏ ਤੇ ਉਧਰੋਂ ਪੁਲਿਸ ਦੀ ਰੇਡ ਹੋ ਗਈ? ਹਾਂਜੀ, ਇੱਕ ਵਾਰ ਪੁਲਿਸ ਆ ਗਈ ਜੀ, ਬਹੁਤ ਪੁਲਿਸ ਨੇ ਘੇਰਾ ਪਾ ਲਿਆ। ਇੱਧਰਲੇ ਪਾਸੇ ਮੱਕੀ ਹੁੰਦੀ ਸੀ ਜੀ, ਇੱਧਰਲੇ ਪਾਸੇ ਦੀ ਮੈਂ ਨਿਕਲ ਕੇ ਫਿਰ ਚਲਿਆ ਗਿਆ। ਮੈਂ ਕਿਸੇ ਦੋਸਤ ਕੋਲੇ ਜਾ ਕੇ ਰਿਹਾ, ਉਹਨੇ ਗਾਂ ਮੈਨੂੰ ਫਿਰ ਗਾਂ ਤੋਰਿਆ ਮੈਂ ਜੀ। ਫਿਰ ਉਸ ਤੋਂ ਬਾਅਦ ਜੀ ਮੈਂ ਪਿੰਡਾਂ ਦੇ ਵਿੱਚ ਆਪ ਦਾ ਨਾਂ ਬਦਲ ਕੇ ਤੇ ਕਥਾ ਕਰਨੀ ਸ਼ੁਰੂ ਕਰ ਦਿੱਤੀ, ਤੇ ਬਸ ਫਿਰ ਮੈਂ ਸਿੱਖੀ ਦੇ ਪ੍ਰਚਾਰ 'ਚ ਹੋ ਗਿਆ ਜੀ।
ਜਿਸ ਦਿਨ ਤੁਹਾਡੀ ਅਰੈਸਟ ਹੁੰਦੀ ਹੈ, ਜਿਸ ਬੰਦੇ ਨੇ ਤੁਹਾਡੀ ਮੁਖਬਰੀ ਕੀਤੀ ਸੀ, ਉਹਨੂੰ ਤੁਹਾਡਾ ਭੇਤੀ ਸੀ ਜਾਂ ਤੁਹਾਨੂੰ ਜਾਣਦਾ ਸੀ ਜਾਂ ਕਿਵੇਂ? ਹਾਂਜੀ, ਉਹ ਜਾਣਦਾ ਸੀ ਜੀ, ਦਰਬਾਰ ਸਾਹਿਬ ਸੇਵਾਦਾਰ ਲੱਗਿਆ ਹੋਇਆ ਸੀਗਾ ਜੀ ਉਹ। ਦਰਬਾਰ ਸਾਹਿਬ ਫਿਰ ਤੁਸੀਂ ਜਦੋਂ ਤੁਸੀਂ 14 ਸਾਲ ਇੱਥੋਂ ਘਰੋਂ ਚਲੇ ਗਏ, ਫਿਰ ਤੁਸੀਂ ਕਿਹੜੇ ਸਥਾਨਾਂ 'ਤੇ ਰਹੇ ਕਿ ਦਰਬਾਰ ਸਾਹਿਬ ਹੀ ਰਹੇ ਪੱਕਾ? ਨਹੀਂ ਜੀ, ਮੈਂ ਬਹੁਤ ਸਥਾਨਾਂ 'ਤੇ ਰਿਹਾ, ਨਾਨਕਸਰ ਰਿਹਾ ਜੀ। ਬਹੁਤ ਨਾਨਕਸਰ ਵਾਲਿਆਂ ਨੇ ਮਤਲਬ ਪਰਵਰਿਸ਼ ਕੀਤੀ ਮੇਰੀ, ਤੇ ਹੋਰ ਬਹੁਤ ਥਾਵਾਂ 'ਤੇ ਜੀ ਮੈਂ ਰਿਹਾ। ਜਾਣੀ ਨਾਨਕਸਰ ਦੇ ਠਾਠ ਉਸ ਵੇਲੇ, ਅੱਜ ਦੁਨੀਆ ਕੁਛ ਵੀ ਕਹੀ ਜਾਵੇ, ਕੋਈ ਕਹਿ ਦਿੰਦੇ ਜੀ ਇਹ ਸਾਧ ਨੇ ਜੀ, ਇਹ ਫਲਾਨੇ ਰਲੇ ਹੋਏ ਨੇ ਜੀ, ਪਰ ਉਸ ਵੇਲੇ ਇਹ ਦੁੱਖ ਦਰਦ ਵੰਡਾਉਂਦੇ ਸੀਗੇ ਜੀ ਸਿੰਘਾਂ ਦਾ ਇਹ। ਹਾਂਜੀ, ਇਹਨਾਂ ਦੇ ਕੋਲ ਬਹੁਤ ਸਾਰੇ ਸਿੰਘ ਆ ਕੇ ਰਹਿੰਦੇ ਵੀ ਸੀਗੇ ਤੇ ਉਹਨਾਂ ਦੀ ਇਹ ਸੇਵਾ ਪਾਣੀ ਵੀ ਕਰਦੇ ਸੀਗੇ ਜੀ। ਜਿਹੜੇ ਅੱਜ ਸਿੱਖ ਕੌਮ ਦੇ ਜੁਝਾਰੂ ਯੋਧਿਆਂ ਨੂੰ ਕਈ ਵਾਰੀ ਅੱਤਵਾਦ ਦੇ ਨਾਲ ਜੋੜ ਦਿੰਦੇ ਆ, ਉਹਨਾਂ ਨੂੰ ਕਿਵੇਂ ਵੇਖਦੇ ਹੋ? ਇਹ ਤਾਂ ਜੀ ਹਰੇਕ ਨੂੰ ਹੀ ਜੋੜ ਦਿੰਦੇ ਸੀਗੇ, ਪਰ ਕਈਆਂ ਨੂੰ ਤਾਂ ਇਹਨਾਂ ਨੇ ਐਵੇਂ ਹੀ ਚੁੱਕ ਕੇ ਜਿਹੜਾ ਅੰਮ੍ਰਿਤਧਾਰੀ ਮਿਲਦਾ ਸੀ ਜੀ, ਉਹਨੂੰ ਐਨਕਾਊਂਟਰ ਕਰੀ ਜਾਂਦੇ ਸੀਗੇ। ਤੁਹਾਡੇ ਤੋਂ ਮੈਂ ਪੁੱਛਣਾ ਚਾਹਣਾ, ਜਿਹੜੇ ਸਾਡੇ ਚੈਨਲ ਵੀ ਲੋਕੀ ਦੇਖ ਰਹੇ ਆ, ਅੱਤਵਾਦ ਤੇ ਖਾੜਕੂਵਾਦ 'ਚ ਕੀ ਫਰਕ ਸੀ? ਅੱਤਵਾਦ ਉਹ ਹੈ ਜੀ, ਅੱਤਤਾਈ, ਜਿਵੇਂ ਗੁਰਬਾਣੀ 'ਚ ਵੀ ਇੱਕ ਸ਼ਬਦ ਆਉਂਦਾ ਅੱਤਤਾਈ, ਇਹ ਹੁੰਦਾ ਜੀ ਕਿਸੇ ਸੁੱਤੇ ਪਏ ਨੂੰ ਅੱਗ ਲਾ ਦੇਣੀ, ਕਿਸੇ ਦਾ ਘਰ ਸਾੜ ਦੇਣਾ। ਕਹਿ ਦਈਏ ਪੰਜਾਬ 'ਚ ਕਹਿ ਜਾਂਦਾ ਅੱਤ ਦਾ ਤੇ ਰੱਬ ਦਾ ਬੈਰ ਹੁੰਦਾ। ਹਾਂਜੀ ਹਾਂਜੀ, ਬਿਲਕੁਲ। ਅੱਤਤਾਈ ਜਿਹੜੀ ਹੈ ਜੀ, ਘਿਨਾਉਣੀਆਂ ਕਾਰਵਾਈਆਂ ਨੂੰ ਅੱਤਤਾਈ ਕਹਿੰਦੇ ਆ। ਤੇ ਜਿਹੜਾ ਰਿਬੇਲੀਅਨ ਹੁੰਦਾ ਜੀ, ਕਿਸੇ ਨਿਸ਼ਾਨੇ ਨੂੰ ਮੁੱਖ ਰੱਖ ਕੇ ਉਸ ਨਿਸ਼ਾਨੇ ਦੀ ਪੂਰਤੀ ਨੂੰ, ਉਹਦੇ 'ਚ ਸਰਬੱਤ ਦਾ ਭਲਾ ਹੋਵੇ, ਆਪ ਦੀ ਕੌਮ ਦਾ ਭਲਾ ਹੋਵੇ, ਆਪਦੇ ਧਰਮ ਦਾ ਭਲਾ ਹੋਵੇ, ਉਹ ਖਾੜਕੂਵਾਦ 'ਚ ਆ ਜਾਂਦਾ ਹੈ। ਕੋਈ ਐਸੀ ਚੀਜ਼ ਹੈ ਜਿਹੜੀ ਤੁਹਾਨੂੰ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਆਪਣੇ ਹੱਥੀਂ ਦਿੱਤੀ ਹੋਵੇ? ਕੋਈ ਨਿਸ਼ਾਨੀ ਆਪਾਂ ਕਹਿ ਦਈਏ? ਨਿਸ਼ਾਨੀਆਂ ਤਾਂ ਜੀ ਉਹਨਾਂ ਦੇ ਨਾਲ ਹੀ ਇੱਥੇ ਪੈ ਰਹਿੰਦੇ ਸੀਗੇ, ਕਿਉਂਕਿ ਫੋਟੋਆਂ ਸੀਗੀਆਂ, ਉਹ ਸਮਾਂ ਪੈਣ ਦੇ ਉੱਤੇ ਸਾਰਾ ਕੁਝ ਮਤਲਬ ਜਿਹੜੀਆਂ ਸੀਗੀਆਂ ਜੀ। ਤੇ ਮੈਂ ਫਿਰ ਫੜਾ ਦਿੱਤੀ ਸੀ ਜੀ, ਕਿਉਂਕਿ ਮੇਰੇ ਕੋਲ ਮੈਂ ਪਹਿਰੇਦਾਰ ਵੀ ਰਿਹਾ, ਗਨਮੈਨ ਵੀ ਖੜ੍ਹਦਾ ਹੁੰਦਾ ਸੀ ਉਹਨਾਂ ਦਾ, ਜਦੋਂ ਦਰਬਾਰ ਸਾਹਿਬ ਹੁੰਦੇ ਸੀ ਨੇ ਨਾਨਕ ਨਿਵਾਸ ਦੇ ਵਿੱਚ। ਤੇ ਪਰ ਉਹ ਆਏ ਸੀ ਵੀ ਬਦਲ ਜਾਂਦੀ ਸੀ, ਸ਼ਿਫਟ ਬਦਲ ਜਾਂਦੀ ਸੀ, ਦੂਜੇ ਨੂੰ ਫੜਾ ਕੇ ਆਪ ਹੋ ਜਾਣਾ। ਪਰ ਆਏ ਨਿਸ਼ਾਨੀਆਂ, ਮਤਲਬ ਕਿਸੇ ਨੂੰ ਦਸਤਾਰ ਦੇ ਦੇਣੀ ਸੰਤਾਂ ਨੇ, ਕਿਸੇ ਨੂੰ ਚੋਲਾ ਦੇ ਦੇਣਾ, ਇਸ ਤਰ੍ਹਾਂ ਸੀ। ਉਹ ਸਮਾਂ ਪਤਾ ਹੀ ਨਹੀਂ ਸੀ ਵੀ ਇਹ ਸਮਾਂ ਆ ਜਾਊਗਾ, ਤੇ ਉਹ ਸਮੇਂ ਦੇ ਵਿੱਚ ਹੀ। ਤੁਹਾਡੀ ਪੜ੍ਹਾਈ ਕਿੰਨੀ, ਕੁਆਲੀਫਿਕੇਸ਼ਨ ਕਿੰਨੀ ਤੁਹਾਡੀ? ਕੁਆਲੀਫਿਕੇਸ਼ਨ ਮੇਰੀ 10 ਹੀ ਹੈ ਜੀ। ਹਾਂਜੀ। ਤੁਹਾਨੂੰ ਇਹ, ਤੁਸੀਂ ਸੰਤਾਂ ਜੀ ਨਾਲ ਰਹੇ, ਤੁਹਾਨੂੰ ਇੰਨਾ ਪਤਾ ਵੀ ਸੰਤ ਜੀ ਕਿੰਨੇ ਕੁ ਪੜ੍ਹੇ ਸੀਗੇ? ਸੰਤ ਜੀ 4 ਕੀ ਪੜ੍ਹੇ ਸੀਗੇ ਜੀ। ਹੈ ਮਤਲਬ ਇੰਜ ਕਹਿ ਸਕਦੇ ਹਾਂ ਵੀ ਉਹ ਇੰਨੀ ਉੱਚੀ ਸੁੱਚੀ ਸ਼ਖਸੀਅਤ ਸੀ, ਕਰਨੀ ਤੇ ਕਥਨੀ ਦੇ ਪੂਰੇ ਸੀ, ਮਹਾਨ ਐਂਡ ਗ੍ਰੇਟ ਇੰਟੈਲੈਕਚੁਅਲ ਸੀਗੇ ਜੀ ਉਹ ਜੀ। ਇਹੋ ਜਿਹੇ ਉੱਤਰ ਅੱਜ ਵੀ ਜਿਹੜੀ ਉਹਨਾਂ ਦੀ ਕਥਾ ਸੁਣ ਲਓ ਤੁਸੀਂ ਕਹੋਗੇ ਵੀ ਅੱਜ ਤੱਕ ਕਿਸੇ ਵਿਦਵਾਨ ਨੇ ਇਹ ਗੱਲਾਂ ਨਹੀਂ ਕਹੀਆਂ, ਜੇ ਉਹਨਾਂ ਦੀ ਮਤਲਬ ਪੂਰਨ ਤੌਰ 'ਤੇ ਜਿਹੜੀ ਕਥਾ ਕੀਤੀ ਹੈ ਜੀ ਉਹਨਾਂ ਨੇ। ਕੋਈ ਐਸਾ ਸਮਾਂ ਹੋਵੇ ਜਿਸ ਦਿਨ ਸੰਤ ਜੀ ਨੂੰ, ਤੁਸੀਂ ਜਿਵੇਂ ਗੱਲ ਕੀਤੀ ਸੀ ਵੀ ਇੱਕ ਪ੍ਰਿੰਸੀਪਲ ਨੂੰ ਵੀ ਸੰਤ ਜੀ ਨੇ ਸਾਈਡ 'ਤੇ ਲਾਤਾ ਸੀ, ਉਹ ਗੱਲ ਕੋਈ ਹੈ ਕੋਈ ਯਾਦ? ਹਾਂਜੀ, ਇੱਕ ਵਾਰ ਜੀ ਅਮਰ ਛਕਾਉਣ ਆਉਣਾ ਸੀਗਾ ਇੱਥੇ ਜੀ, ਤੇ ਸਾਰੇ ਬੈਠੇ ਤੇ ਕਹਿੰਦੇ, ਜਲਾਲਾਬਾਦੀਆ ਕਿੰਨਾ ਸਮਾਂ ਹੋ ਗਿਆ ਤੈਨੂੰ ਜਥੇ 'ਚ, ਤੇ ਪ੍ਰਚਾਰ ਕਰ ਲੈਂਦਾ? ਮੈਂ ਕਿਹਾ ਜੀ ਕਿਰਪਾ ਕਰੋ ਤੇ ਕਰ ਲੈਂਦਾ ਜੀ। ਤੇ ਇੱਕ ਸਿੰਘ ਸੀਗਾ ਜੀ ਰੋਪੜ ਦਾ, ਚਰਨ ਸਿੰਘ, ਉਹਦਾ ਨੂੰ ਬਹੁਤ ਪਿਆਰ ਸੀ, ਉਹ ਖੜਾ ਹੋ ਕੇ ਕਹਿੰਦਾ ਜੀ ਇਹ ਤਾਂ ਦੂਜਾ ਹੀ ਮਸਕੀਨ ਹੈ। ਤੇ ਸੰਤ ਕਹਿੰਦੇ ਵਾਹ ਵਾਹ, ਸਾਡੇ ਵੀ ਜਾਣੀ ਮਸਕੀਨ ਟਕਸਾਲ ਦੇ ਵਿੱਚ ਆ ਗਿਆ ਇੱਕ। ਤੇ ਕਹਿੰਦੇ ਇੱਕ ਉਹਨਾਂ ਨੇ ਜੀ ਇਹੋ ਜਿਹਾ ਮੈਨੂੰ ਢੰਗ ਦੱਸਿਆ, ਕਹਿਣ ਲੱਗੇ ਜਦੋਂ ਸੰਗਤ ਵਿੱਚ ਬੋਲਣਾ ਹੈ, ਗੁਰੂ ਕਾ ਰੂਪ ਗੁਰੂ ਖਾਲਸਾ ਸਿਰ ਨਵਾ ਕੇ ਬੋਲਣਾ ਹੈ, ਤੇ ਗੁਰੂ ਨੂੰ ਖਾਲਸਾ ਰੂਪ ਜਾਣ ਕੇ, ਗੁਰੂ ਨੂੰ ਪ੍ਰਤੱਖ ਜਾਣ ਕੇ ਬੋਲਣਾ ਹੈ। ਪਰ ਜਦੋਂ ਬੋਲਣ ਲੱਗ ਗਏ ਇਸ ਤਰੀਕੇ ਨਾਲ ਦੇਖਣਾ ਵੀ ਹੁਣ ਕੋਈ ਨਹੀਂ ਮੇਰੇ ਸਾਹਮਣੇ, ਮੈਂ ਹੀ ਬੋਲ ਰਿਹਾ। ਕਹਿੰਦੇ ਜੇ ਤੁਸੀਂ ਕਿਸੇ ਵੱਲ ਦੇਖ ਕੇ ਬੋਲੋਗੇ ਫਿਰ ਹੋ ਸਕਦਾ ਤੁਹਾਨੂੰ ਹੈਜ਼ੀਟੇਸ਼ਨ ਆ ਜਾਊਗੀ, ਤੁਸੀਂ ਬੋਲ ਨਾ ਸਕੋਗੇ। ਤੇ ਇਹੋ ਜਿਹਾ ਮੈਂ ਕਿਹਾ ਜੀ ਥਾਪੜਾ ਦੇ ਦਿਓ ਮੈਨੂੰ। ਜਦੋਂ ਸਾਨੂੰ ਉਹਨਾਂ ਨੇ ਤੋਰਿਆ ਤਾਂ ਮੈਨੂੰ ਥਾਪੜਾ ਜਿਹਾ ਦੇ ਕੇ ਜੱਫੀ 'ਚ ਕਹਿੰਦੇ ਬਿਲਕੁਲ ਨਹੀਂ ਪਰਵਾਹ ਨਹੀਂ ਕਰਨੀ, ਕਹਿੰਦੇ ਇਸ ਤਰ੍ਹਾਂ ਬੋਲ, ਸਤਿਗੁਰੂ ਜੀ ਦੀ ਐਸੀ ਬਖਸ਼ਿਸ਼ ਹੋਈ ਜੀ, ਅੱਜ ਹੋਰ ਕੱਲ੍ਹ ਹੋਰ। ਤੇ ਜਦੋਂ ਅੱਜ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ 10 ਕਥਾ ਬਾਅਦ 'ਚ ਨਹੀਂ, ਸਾਡੇ ਦਰਸ਼ਕਾਂ ਨੂੰ ਪ੍ਰਿੰਸੀਪਲ ਵਾਲੀ ਗੱਲ ਦੱਸੋ ਵੀ ਪ੍ਰਿੰਸੀਪਲ ਨੂੰ। ਹਾਂਜੀ, ਤੇ ਉਹ ਪ੍ਰਿੰਸੀਪਲ ਸੀਗੇ ਜੀ ਕਿਸ ਗੁਰੂ ਨਾਨਕ ਆਪਣੀ ਜਿਹੜੀ ਹੈਗੀ ਯੂਨੀਵਰਸਿਟੀ ਹੈ ਜੀ, ਅੰਮ੍ਰਿਤਸਰ ਸਾਹਿਬ। ਤੇ ਉਹ ਕਹਿੰਦਾ ਜੀ ਸੰਤ ਜੀ, ਤੇ ਕੋਈ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਗਰੇਜ਼ੀ ਦਾ ਅੱਖਰ ਹੈ ਜੀ ਤੇ ਸ਼ਬਦ ਹੈ? ਸੰਤ ਜੀ ਕਹਿਣ ਲੱਗੇ ਹਾਂਜੀ। ਤੇ ਉਹ ਕਹਿੰਦੇ ਏਕ ਪਿਤਾ ਏਕ ਸਕੇ ਹਮ ਬਾਰਿਕ ਤੂੰ ਮੇਰਾ ਗੁਰ ਹਾਈ। ਉਹ ਕਹਿੰਦਾ ਹਾਈ ਤਾਂ ਜੀ ਉੱਚਾ ਹੁੰਦਾ, ਉਹ ਕਹਿੰਦੇ ਵੱਡਾ ਵੀ ਹੁੰਦਾ। ਉਹ ਕਹਿੰਦਾ ਜੀ ਗੱਲ ਸਮਝਾਓ ਕਿਸੇ ਤਰੀਕੇ ਨਾਲ।
ਉਹ ਕਹਿੰਦੇ ਇਹ ਸ਼ਬਦ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਪ੍ਰਿਥੀ ਚੰਦ ਜੀ ਨੂੰ, ਆਪਣੇ ਵੱਡੇ ਭਰਾ ਨੂੰ ਸਮਝਾਉਣ ਲਈ, ਜਦੋਂ ਈਰਖਾ ਕਰਦੇ ਸੀ ਵੀ ਆਪਾਂ ਇੱਕੋ ਪਿਤਾ ਦੇ ਪੁੱਤਰ ਹੈ ਤੇ ਤੂੰ ਮੇਰਾ ਵੱਡਾ ਭਰਾ ਹੈ, ਵੀ ਈਰਖਾ ਕਾਹਦੀ ਕਰ ਰਹੇ ਹੋ ਤੁਸੀਂ। ਤੇ ਉਹ ਕਹਿਣ ਲੱਗਿਆ ਜੀ ਬਿਲਕੁਲ ਹਾਂ ਸੱਚ ਹੈ, ਹਾਈ ਉੱਚਾ ਮਤਲਬ ਵੱਡਾ ਭਰਾ ਹੀ ਹੁੰਦਾ। ਫਿਰ ਕਹਿੰਦਾ ਜੀ ਕੋਈ ਹੋਰ ਸੰਤ ਜੀ ਕਹਿਣ ਲੱਗੇ, ਤੇ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਅੰਧਾ ਕਿਸ ਨੂੰ ਬੁੱਕ ਸੁਣਾਵੇ ਜੀ, ਬਈ ਅੰਨਾ ਆਦਮੀ ਕਿਸੇ ਨੂੰ, ਕੱਕੇ ਨੂੰ ਸਿਹਾਰੀ ਉੱਥੇ ਵੀ ਲੱਗੀ ਹੈ ਕਿਉਂਕਿ ਵਿਆਕਰਨ ਅਨੁਸਾਰ ਹੈ ਜੀ। ਉਹ ਕਹਿੰਦਾ ਜੀ ਇੱਥੇ ਤਾਂ ਇਹ ਹੈ ਵੀ ਹੰਕਾਰੀ ਬੰਦਾ ਕਿਹਨੂੰ ਐਂ ਅੰਨਾ ਹੋ ਕੇ ਹੰਕਾਰ ਦੇ ਵਿੱਚ ਬੁੱਕ ਕੇ ਸੁਣਾਉਂਦਾ ਲੋਕਾਂ ਨੂੰ ਵੀ ਮੈਂ ਐਂ ਕਰ ਦਿੰਦਾ। ਮੈਂ ਸੰਤ ਜੀ ਕਹਿਣ ਲੱਗੇ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਅਰਥ ਵੀ ਸਹੀ ਹੈ, ਪਰ ਭਾਈ ਜੀ ਕਹਿੰਦੇ ਬੁੱਕ ਦਾ ਮਤਲਬ ਕੱਲੀ ਕਿਤਾਬ ਹੀ ਨਹੀਂ ਹੁੰਦਾ, ਕੱਕੇ ਨੂੰ ਸਿਹਾਰੀ ਲੱਗੀ ਹੋਣ ਕਰਕੇ ਕਿਤਾਬ ਪੜ੍ਹਨਾ ਵੀ ਹੋ ਸਕਦਾ, ਕਿਸੇ ਚੀਜ਼ ਨੂੰ ਬੁੱਕ ਕਰਨਾ ਵੀ ਹੋ ਸਕਦਾ, ਦੇਖਣਾ ਵੀ ਹੋ ਸਕਦਾ। ਤੇ ਕਹਿਣ ਲੱਗੇ ਵੀ ਅੰਨਾ ਜਿਹੜੇ ਜਿਹਦੀਆਂ ਅੱਖਾਂ ਨਹੀਂ ਗੀਆਂ ਤੇ ਕਿਤਾਬ ਪੜ੍ਹ ਕੇ ਕਿਸੇ ਨੂੰ ਸੁਣਾਵੇ, ਬੁੱਕ ਸੁਣਾਵੇ, ਕਿਤਾਬ ਪੜ੍ਹ ਕੇ ਕਿਸੇ ਨੂੰ ਕੀ ਸੁਣਾਊ। ਕਹਿਣ ਲੱਗਿਆ ਜੀ ਵਾਹ, ਅੱਜ ਪਹਿਲੀ ਵਾਰ ਕਹਿੰਦਾ ਜੀ ਤੁਹਾਡੇ ਤੋਂ ਇਸ ਤਰ੍ਹਾਂ ਦੇ ਅਰਥ ਮੈਂ ਸੁਣੇ ਨੇ। ਸੰਤ ਜਰਨੈਲ ਸਿੰਘ ਜੀ ਪਿੰਡਾਂ ਵਾਲੇ ਕਿੰਨੀਆਂ ਕੁ ਗੁਰਬਾਣੀਆਂ ਕੰਠ ਯਾਦ ਸੀ? ਬੇਅੰਤ ਬਾਣੀਆਂ ਕੰਠ ਸੀ ਜੀ ਇਹਨਾਂ ਨੂੰ, ਤਾਂ ਬੇਅੰਤ ਬਾਣੀਆਂ ਕੰਠ ਸੀ। ਜਿੱਥੋਂ ਜੇ ਪੰਗਤੀ ਬੋਲਤੀ ਤਾਂ ਜੀ ਉਸ ਤੋਂ ਅੱਗੇ ਸ਼ੁਰੂ ਕਰ ਲੈਂਦੇ ਸੀਗੇ ਪਾਠ। ਹਾਂਜੀ, ਤੁਹਾਡੀ ਲਾਇਬ੍ਰੇਰੀ ਜਿਹੜੀ ਕਮਰਿਆਂ ਦੇ ਵਿੱਚ ਤੁਸੀਂ ਲਾਇਬ੍ਰੇਰੀਆਂ ਬਣਾਈਆਂ ਹੋਈਆਂ, ਕਾਫੀ ਕਿਤਾਬਾਂ ਵੀ ਰੱਖੀਆਂ ਹੋਈਆਂ, ਇਤਿਹਾਸ ਦੀਆਂ ਕਿਤਾਬਾਂ ਵੀ ਰੱਖੀਆਂ ਹੋਈਆਂ, ਉਹ ਤੁਹਾਨੂੰ ਕਿਵੇਂ ਮਿਲੀਆਂ? ਤੇ ਕੋਈ ਐਸੀ ਕਿਤਾਬ ਹੈ ਜਿਹੜੀ ਤੁਹਾਨੂੰ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਥਾਪੜਾ ਦੇ ਕੇ ਕਿਹਾ ਹੋਵੇ ਵੀ ਇਹੀ ਪੜ੍ਹਨੀ ਤੁਸੀਂ? ਨਹੀਂ ਜੀ, ਇਸ ਤਰ੍ਹਾਂ ਨਹੀਂ, ਕਿਉਂਕਿ ਜਥੇ ਦੇ ਵਿੱਚ ਹਰ ਸਿੰਘ ਨੂੰ ਟਕਸਾਲ ਵੱਲੋਂ ਛਾਪੀਆਂ ਹੋਈਆਂ ਪੁਸਤਕਾਂ ਦੇ ਵਿੱਚੋਂ ਤੇ ਜਿਵੇਂ ਸਟੀਕ ਹੈ, ਜਪਜੀ ਸਾਹਿਬ ਜੀ ਦਾ ਸੰਤ ਕਰਤਾਰ ਸਿੰਘ ਜੀ ਜਿਹੜੇ ਇਹਨਾਂ ਤੋਂ ਪਹਿਲੇ ਸੀਗੇ ਮਹਾਂਪੁਰਖ ਤੇ ਦਮਦਮੀ ਟਕਸਾਲ ਦੇ ਮੁਖੀ, ਤੇ ਉਹਨਾਂ ਵੱਲੋਂ ਛਾਪੀਆਂ ਹੋਈਆਂ ਸੀ ਗੁਰਬਾਣੀ ਪਾਠ ਦਰਪਣ। ਤੇ ਜਥੇ 'ਚ ਜੀ ਹੁਕਮ ਹੀ ਸੀਗਾ, ਤੇ ਜਿਹੜੇ ਲਾਇਬ੍ਰੇਰੀਅਨ ਸੀ ਉੱਥੇ ਦੇ ਬਈ ਜਿਹੜੇ ਆਉਂਦੇ ਜਥੇ ਦੇ ਸਿੰਘ ਉਹਨਾਂ ਨੂੰ ਉਹ ਉੱਥੋਂ ਦਾ ਲਿਟਰੇਚਰ ਹੀ ਦੇ ਦਿੰਦੇ ਸੀਗੇ ਜੀ। ਉਹ ਸੰਤ ਜੀ ਵੱਲੋਂ ਹੀ ਸੀ ਜਦੋਂ ਉਹ ਜ਼ਿੰਮੇਵਾਰ ਸੀਗੇ ਜੀ ਟਕਸਾਲ ਦੇ। ਹਾਂਜੀ, ਫਿਰ ਜਿਹੜੀਆਂ ਕਿਤਾਬਾਂ ਦੀਆਂ ਲਾਇਬ੍ਰੇਰੀ ਬਣੀ ਹੋਈ ਆ, ਇਹ ਤੁਸੀਂ ਕਿਤਾਬਾਂ ਜਿਹੜੀਆਂ ਬੁੱਕਸਾਂ ਇਹ ਤੁਸੀਂ ਮੁੱਲ ਲਈਆਂ ਜਾਂ ਤੁਹਾਨੂੰ ਸੰਤ ਜੀ ਹਰ ਵਾਰ ਦਿੰਦੇ ਰਹੇ? ਨਹੀਂ ਜੀ, ਇਹ ਤਾਂ ਹੁਣ ਦੀਆਂ ਗੱਲਾਂ ਨੇ। ਉਸ ਵੇਲੇ ਤਾਂ ਉਹਨਾਂ ਵੱਲੋਂ ਜਿਹੜੀਆਂ ਟਕਸਾਲ ਦੀਆਂ ਪੁਸਤਕਾਂ ਸੀਗੀਆਂ, ਬਾਬਾ ਠਾਕਰ ਸਿੰਘ ਜੀ ਤੋਂ ਵੀ ਮੈਨੂੰ ਬਖਸ਼ਿਸ਼ ਹੋਈ ਤੇ ਜਥੇ 'ਚ ਰਹਿੰਦਾ ਕਰਕੇ, ਵਿਦਿਆਰਥੀ ਕਰਕੇ। ਬਾਕੀ ਜੀ ਮੈਂ ਆਪਣੇ ਕੱਪੜਿਆਂ 'ਤੇ ਬਹੁਤ ਖਰਚਾ ਘੱਟ ਕੀਤਾ। ਸ਼੍ਰੋਮਣੀ ਕਮੇਟੀ 'ਚ ਰਹਿ ਕੇ ਵੀ ਜਿੰਨਾ ਪੈਸਾ ਆਉਂਦਾ ਸੀਗਾ ਤੇ ਜਾਂ ਤਾਂ ਸਿੰਘਾਂ ਦੀ ਸੇਵਾ 'ਚ ਲੱਗ ਜਾਂਦਾ ਸੀਗਾ ਜਿਹੜੇ ਮੇਰੇ ਕੋਲੇ ਆਉਣ ਜਾਣ ਵਾਲੇ ਸੀਗੇ, ਤੇ ਜਾਂ ਫਿਰ ਜੀ ਮੈਂ ਉਹਨਾਂ ਦੀਆਂ ਪੁਸਤਕਾਂ ਖਰੀਦਦਾ ਸੀਗਾ। ਜਿਵੇਂ ਪੁਸਤਕ ਮਹਿਲ ਵਾਲਿਆਂ ਦੀਆਂ ਮੇਰੇ ਕੋਲ ਜੀ 100 ਕਿਤਾਬ ਹੋ ਸਕਦੀ ਹੈ, ਸਭ ਮੈਂ ਆਪਣੀ ਕਥਾ ਦੇ ਵਿੱਚੋਂ ਜੋ ਮੈਨੂੰ ਸੇਵਾ ਸੰਗਤਾਂ ਨੇ ਦਿੱਤੀ ਉਹ 'ਚੋਂ ਖਰੀਦੀਆਂ। ਤੇ ਇਸ ਵੇਲੇ ਜੀ ਜਿਹੜੀਆਂ 7-8 ਲੱਖ ਦੀਆਂ ਕਿਤਾਬਾਂ ਮੇਰੀਆਂ ਕਥਾ ਦੇ ਵਿੱਚੋਂ ਹੀ ਪੈਸੇ 'ਤੇ ਨਾ ਖਰੀਦੀਆਂ ਹੋਈਆਂ ਜੀ। ਕਦੇ ਸ਼੍ਰੋਮਣੀ ਕਮੇਟੀ ਨੇ ਤੁਹਾਨੂੰ ਕਿਹਾ ਵੀ ਜਿਵੇਂ ਉਹਨਾਂ ਦੇ 60-70 ਹਜ਼ਾਰ ਰੁਪਈਆ ਤਨਖਾਹ 'ਤੇ ਰੱਖੇ ਹੁੰਦੇ ਜਿਹੜੇ ਖਾਲਸਤਾਨੀ ਜਾਂ ਸਿੱਖ ਧਾਰੀ ਬੰਦੇ ਆ, ਤੁਹਾਨੂੰ ਵੀ ਕਦੇ ਐਸਾ ਆਫਰ ਦਿੱਤਾ ਸ਼੍ਰੋਮਣੀ ਕਮੇਟੀ ਨੇ? ਨਹੀਂ ਜੀ, ਬਿਲਕੁਲ ਨਹੀਂ। ਮੈਂ ਤਾਂ ਜੀ ਮੁੜ ਕੇ ਗਿਆ ਹੀ ਨਹੀਂ ਜਦੋਂ ਤੋਂ ਮੈਂ ਦਰਬਾਰ ਸਾਹਿਬ ਤੋਂ ਅਰੈਸਟ ਹੋ ਗਿਆ, ਤੇ ਜਦੋਂ ਤੋਂ ਮੈਂ ਬਾਹਰ ਆ ਗਿਆ ਮੈਂ ਸ਼੍ਰੋਮਣੀ ਕਮੇਟੀ 'ਚ ਮੇਰਾ ਜੀ ਨਹੀਂ ਕੀਤਾ ਜੀ। ਜਿਸ ਦਿਨ ਸੰਤ ਜੀ ਮਹਿਤੇ ਤੋਂ ਤੁਰਦੇ ਉਸ ਦਿਨ ਤੁਸੀਂ ਨਾਲ ਸੀ? ਹਾਂਜੀ, ਜਦੋਂ ਸੰਤ ਜੀ ਮਹਿਤੇ ਤੋਂ ਅੰਮ੍ਰਿਤਸਰ ਸਾਹਿਬ ਆਏ ਹੈ ਜੀ ਤੇ ਗੁਰੂ ਨਾਨਕ ਨਿਵਾਸ ਦੇ ਵਿੱਚ, ਉਸ ਦਿਨ ਮੈਂ ਨਾਲ ਸੀਗਾ ਜੀ। ਬਸ ਕਿੰਨਾ ਕੁ ਜੱਥਾ ਸੀ ਤੁਹਾਡਾ ਉਸ ਪੂਰਾ ਜੀ, ਪੂਰਾ ਜੱਥਾ ਸੀਗਾ ਜੀ। ਗੱਡੀਆਂ ਸੀਗੀਆਂ, ਟਰੱਕ ਸੀਗੇ, ਬੱਸ ਸੀਗੀ, ਸੰਤਾਂ ਦੀ ਆਪ ਦੀ ਵੱਡੀ ਬੱਸ ਸੀਗੀ, ਸਾਰਾ ਜੱਥਾ ਲੈ ਕੇ ਆਏ ਸੀਗੇ ਤੇ ਕੁਝ ਸਿੰਘ ਉੱਥੇ ਰਹਿ ਪਏ ਸੀਗੇ। ਇੱਕ ਆਪਾਂ ਛੋਟੀ ਜਿਹੀ ਗੱਲ ਕਰੀਏ, ਸੰਤ ਜੀ ਜਿਹੜੇ ਨਾਲ ਰਹਿੰਦੇ ਸੀ, ਹਥਿਆਰ ਵੀ ਬੜੀਆਂ ਅੱਜ ਕੱਲ੍ਹ ਫੋਟੋਆਂ ਵਾਇਰਲ ਹੋ ਰਹੀਆਂ, ਉਹਨਾਂ ਦਾ ਕੀ ਕਾਰਨ ਸੀ? ਹਾਂਜੀ, ਉਹ ਸਾਰੇ ਪਾਠੀ ਸਿੰਘ ਜੀ, ਗੁਰਬਾਣੀ ਦੇ ਨਾਮ ਦੇ ਰਸੀਏ ਸੀਗੇ ਸਾਰੇ ਜੀ ਉਹਨਾਂ ਦੇ ਨਾਲ ਜੀ। ਹਾਂਜੀ, ਚੜ੍ਹਦੀ ਕਲਾ, ਜਿਨ੍ਹਾਂ ਨੂੰ ਮਰਨ ਦੀ ਕੋਈ ਪਰਵਾਹ ਨਹੀਂ ਸੀਗੀ, ਕੌਮ ਦੇ ਲੇਖੇ ਲੱਗਣ ਵਾਲੇ ਸੀ। ਇੰਨਾ ਸੀ ਸਰਬੱਤ ਦਾ ਭਲਾ ਚਾਹੁੰਦੇ ਸੀ ਤੇ ਇੱਕ ਇਹੋ ਜਿਹਾ ਸਿਸਟਮ ਚਾਹੁੰਦੇ ਸੀ ਵੀ ਜਿਹਦੇ ਵਿੱਚ ਜਿਵੇਂ ਭਗਤ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ, ਬੇਗਮਪੁਰਾ ਸ਼ਹਿਰ ਕੋ ਨਾਓ ਦੂਖੰਦੋ ਨਹੀਂ ਤੇ ਠਾਓ। ਉਹ ਚਾਹੁੰਦੇ ਸੀ ਵੀ ਇਹੋ ਜਿਹਾ ਰਾਜ ਦੁਨੀਆ 'ਤੇ, ਇਹੋ ਜਿਹਾ ਰਾਜ ਹੋਣਾ ਚਾਹੀਦਾ ਜਿਹੋ ਜਿਹਾ ਭਗਤ ਜੀ ਮਹਾਰਾਜ ਨੇ ਕਿਹਾ ਵੀ ਕਿਸੇ ਨੂੰ ਕੋਈ ਗਮ ਚਿੰਤਾ ਨਾ ਹੋਵੇ। ਮਾਨਸਿਕ ਚਿੰਤਾਵਾਂ ਤਾਂ ਹੁੰਦੀਆਂ, ਰੋਟੀ ਕੱਪੜਾ ਸਿਹਤ ਮਕਾਨ, ਇਹਨਾਂ ਚੀਜ਼ਾਂ ਤੋਂ ਕੋਈ ਦੁਖੀ ਨਾ ਹੋਵੇ। ਜਿਸ ਕਰ ਆਪਾਂ ਹੁਣ ਇੱਕ ਛੋਟੀ ਜਿਹੀ ਗੱਲ ਕਰ ਲਈਏ ਵਿੱਚ, ਅਹਿਮ ਗੱਲ ਜਿਹੜੀ ਹਿੰਦੂ ਧਰਮ ਅੱਜ ਵੀ ਜਿਹੜਾ ਸੰਤ ਜਰਨੈਲ ਸਿੰਘ ਜੀ 'ਤੇ ਟਿੱਪਣੀਆਂ ਕਰ ਰਹੇ ਆ, ਕਦੇ ਉਹਨਾਂ ਨੇ ਹਿੰਦੂ ਧਰਮ ਦੇ ਕੋਈ ਐਸਾ ਬਰਖਲਾਫ ਕੋਈ ਬਿਆਨ ਜਾਂ ਕੋਈ ਐਸਾ ਕੰਮ ਕੀਤਾ ਹੋਵੇ? ਨਹੀਂ ਜੀ, ਕਰ ਹੀ ਨਹੀਂ ਸਕਦੇ। ਸੰਤ ਜੀ ਕਰ ਹੀ ਨਹੀਂ ਸੀ ਸਕਦੇ, ਕਿਉਂਕਿ ਸੰਤਾਂ ਕੋਲੇ ਤਾਂ ਹਿੰਦੂ ਆਉਂਦੇ ਸੀਗੇ ਜੀ।
ਫਰਿਆਦ ਲੈ ਕੇ ਵੀ ਆਉਂਦੇ ਸੀ, ਕਿਉਂਕਿ ਘਰਾਂ ਦੇ ਵਿੱਚ ਕਲੇਸ਼ ਹੀ ਐਸੇ, ਬੀਬੀਆਂ ਦਾ ਦਾਜ ਪਿੱਛੇ ਕੋਈ ਲੜਾਈ, ਕੋਈ ਕਿਸੇ ਝਗੜਾ, ਸੰਤ ਜੀ ਨਿਪਟਾ ਦਿੰਦੇ ਸੀਗੇ ਉਸੇ ਵੇਲੇ। ਤੇ ਸੰਤ ਜੀ ਜਦੋਂ ਸੰਤ ਜੀ ਪ੍ਰਚਾਰਕ ਕੀ, ਦੇਖੋ ਸੈਕੂਲਰਿਜ਼ਮ ਕਹਿੰਦੇ ਆ, ਸਭ ਤੋਂ ਵੱਡਾ ਸੈਕੂਲਰ ਦਾ ਪ੍ਰਚਾਰਕ ਜਿਹੜਾ ਸੈਕੂਲਰਿਜ਼ਮ ਦਾ ਸੰਤ ਜਰਨੈਲ ਸਿੰਘ ਜੀ ਨੇ ਦਿੱਤਾ ਹੈ। ਤੇ ਉਹਨਾਂ ਨੇ ਦੇਖੋ ਭਗਤ ਜੈਦੇਵ ਜੀ ਤੋਂ ਲੈ ਕੇ 9 ਭਗਤ ਜੀ ਹਿੰਦੂ ਨੇ, ਅਸੀਂ ਕਿਵੇਂ ਕਹਿ ਦਿਆਂਗੇ ਵੀ ਹਿੰਦੂ ਮਾੜੇ ਨੇ ਜੀ, ਜਾਂ ਸੰਤ ਜੀ ਕਿਵੇਂ ਕਹਿ ਦੇਣਗੇ ਹਿੰਦੂ ਮਾੜੇ ਨੇ। ਹਰ ਇੱਕ ਕਿੱਤੇ ਨੂੰ ਮੰਨਣ ਵਾਲਾ, ਹਰ ਭਾਸ਼ਾ ਬੋਲਣ ਵਾਲਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਬਾ ਫਰੀਦ ਜੀ ਮੁਸਲਮਾਨ, ਬਾਬਾ ਭੀਖਣ ਜੀ ਸ਼ਾਹ ਜੀ ਮੁਸਲਮਾਨ। ਇਹ ਤਾਂ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਨੂੰ ਮੰਨਦਾ, ਤੇ ਨਾਲੇ ਟਕਸਾਲਤਾ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਖਰ ਅੱਖਰ ਨੂੰ ਮੰਨਣ ਵਾਲੀ ਹਿੰਦੂ। ਇਹ ਤਾਂ ਘਟੀਆ ਲੋਕਾਂ ਦੀ, ਸਿਆਸੀ ਲੋਕਾਂ ਦੀ, ਪੋਲੀਟੀਸ਼ੀਅਨਸ ਜਿਹੜੇ ਨੇ ਨਾ, ਇਹਨਾਂ ਦਾ ਗੰਦ ਪਾਇਆ ਹੋਇਆ ਜੀ। ਇਹਨਾਂ ਨੇ ਇੱਕ ਸਾਰਾ ਪੰਜਾਬ ਦੇ ਨਾਲ ਵਿਤਕਰਾ ਕਰ ਕਰਕੇ ਇੱਥੇ ਤੱਕ ਪਹੁੰਚਾਇਆ। ਤੇ ਸੰਤ ਜੀ ਨੂੰ ਤਾਂ ਮਜਬੂਰ, ਜਦੋਂ ਸ਼੍ਰੋਮਣੀ ਕਮੇਟੀ ਨੇ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਜਦੋਂ ਨਾ ਕੋਈ ਹੱਥ ਪੈਂਦਾ ਦਿਸਿਆ ਤੇ ਸਿਆਸਤ ਆਉਂਦੀ ਆਪਦੇ ਹੱਥ 'ਚ ਨਾ ਦਿਸੀ, ਪੰਜਾਬ ਦੀ ਬਾਗਡੋਰ ਖੁੱਸ ਗਈ ਤੇ ਸਾਰਾ ਆਨੰਦਪੁਰ ਦਾ ਮਤਾ ਲਿਆ ਕੇ ਤੇ ਸੰਤ ਜੀਆਂ ਤੋਂ ਹਮਾਇਤ ਲੈ ਕੇ ਤੇ ਮੁੜ ਕੇ ਆਪ ਹੀ ਇਹੋ ਜਿਹਾ ਕੁਛ ਹੋ ਗਿਆ। ਜੇਕਰ ਆਪਾਂ ਇੱਕ ਹੋਰ ਗੱਲ ਕਰੀਏ, ਬਲਵੰਤ ਸਿੰਘ ਰਾਜੋਆਣਿਆ ਪਰੌਲ ਤੇ ਆਇਆ ਸੀ, ਤਾਂ ਪਰੌਲ ਤੇ ਆਉਣ ਸਾਰ ਕਿਉਂਕਿ ਸ਼੍ਰੋਮਣੀ ਕਮੇਟੀ ਨੇ ਉਸ 'ਤੇ ਪੈਸਾ ਲਾਇਆ ਸੀ, ਤਾਂ ਪਰੌਲ ਤੇ ਆਉਣ ਤੋਂ ਬਾਅਦ ਉਹਨਾਂ ਨੇ ਅਕਾਲੀ ਦਲ ਨੂੰ ਸਮਰਥਨ ਦਿੱਤਾ। ਵੈਸੇ ਤਾਂ ਜੀ ਮੈਂ ਸੁਣੀ ਹੈ ਸਪੀਚ ਉਹਨਾਂ ਦੀ, ਬਾਦਲ ਦਾ ਨਾਂ ਨਹੀਂ ਲਿਆ, ਤੇ ਹੈ ਮੈਂ ਵੀ ਅਕਾਲੀ ਹੈ, ਸ਼੍ਰੋਮਣੀ ਅਕਾਲੀ ਦਲ, ਮੈਂ ਖਾਲਿਸਤਾਨੀ ਦਾ ਮਤਲਬ ਨੁਮਾਇੰਦਾ ਹੈ ਜੀ। ਤੇ ਅਤਿੰਦਰਪਾਲ ਸਿੰਘ ਸਾਡੇ ਪ੍ਰਧਾਨ ਨੇ, ਜਿਹੜੇ ਐਮਪੀ ਨੇ ਇੰਦਰਾ ਗਾਂਧੀ ਕਤਲकांड 'ਚੋਂ ਜਿਹੜੇ ਬਰੀ ਹੋਏ ਸੀਗੇ, ਐਮਪੀ ਸੀਗੇ ਪਟਿਆਲੇ ਤੋਂ। ਪਰ ਅਕਾਲੀ ਤਾਂ ਅਕਾਲੀ ਹੈ ਜੀ, ਅਕਾਲ ਪੁਰਖ ਨੂੰ ਮੰਨਣ ਵਾਲਾ। ਜੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਖੜ੍ਹ ਕੇ ਉਹਨਾਂ ਦੇ ਮਨ ਮਸਤਕ ਨੂੰ ਅਸੀਂ ਸਮਝ ਨਹੀਂ ਸਕਦੇ। ਜੇ ਮਨ ਮਸਤਕ ਵਿੱਚ ਬਾਦਲ ਦੀ ਹਮਾਇਤ ਕੀਤੀ ਹੈ, ਕਿਸੇ ਧੜੇ ਦੀ ਹਮਾਇਤ ਕੀਤੀ ਹੈ, ਉਹ ਉਹਨਾਂ ਵਾਸਤੇ ਮੰਦਭਾਗੀ ਹੈ। ਜੇ ਉਹਨਾਂ ਨੇ ਸਿਰਫ ਅਕਾਲ ਪੁਰਖ ਦੇ ਪੁਜਾਰੀ ਨੂੰ ਅਕਾਲੀ ਕਹਿ ਕੇ ਕੀਤੀ ਹੈ, ਫਿਰ ਵੈਲਕਮ ਹੈ, ਫਿਰ ਕੋਈ ਉਹ ਨਹੀਂ ਹੈਗਾ, ਕਿਉਂਕਿ ਧੜੇਬੰਦੀ 'ਚ ਨਹੀਂ ਸਿੱਖ ਪੈਂਦਾ ਜੀ। ਤੁਸੀਂ ਮੈਟ੍ਰਿਕ ਤੁਸੀਂ ਕਿਹਾ ਮੈਂ 10 ਪੜ੍ਹੇ ਹੋ, ਤੇ ਗੁਰਬਾਣੀ ਤੁਹਾਨੂੰ ਫਿਰ ਗਿਆਨ ਜਿਹੜਾ ਦਿੱਤੇ ਰਹੇ ਹੈ ਸੰਤ ਜਰਨੈਲ ਸਿੰਘ ਜੀ ਨੇ ਦਿੱਤਾ ਜੀ। ਮੈਨੂੰ ਜੀ ਛੋਟੀ ਉਮਰ 'ਚ ਮਾਤਾ ਜੀ ਮੇਰੇ ਲੜੀਵਾਰ ਦਮਦਮੀ ਟਕਸਾਲ 'ਚੋਂ ਪੜ੍ਹੇ ਸੀਗੇ। 13 ਸਾਲ ਦੇ ਸੀ ਜਦੋਂ 1947 'ਚ ਪਾਰਟੀਸ਼ਨ ਹੋਈ ਹੈ। ਇਹਨਾਂ ਨੇ ਆ ਕੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਿਹੜੇ ਸੰਤ ਬਾਬਾ ਕਰਤਾਰ ਸਿੰਘ ਜੀ ਤੋਂ ਪਹਿਲਾਂ ਸੀ, ਕਿਉਂਕਿ ਸੰਤ ਕਰਤਾਰ ਸਿੰਘ ਜੀ ਤੋਂ ਬਾਅਦ ਸੰਤ ਜਰਨੈਲ ਸਿੰਘ ਜੀ ਸੀਗੇ, ਉਹਨਾਂ ਦੇ ਨਾਲ ਇੱਕ ਵਿਦਿਆਰਥੀ ਹੁੰਦੇ ਸੀ ਗਿਆਨੀ ਗੁਰਬਚਨ ਸਿੰਘ ਜੀ, ਉਹ ਸਾਬੋ ਕੀ ਤਲਵੰਡੀ ਰਹਿੰਦੇ ਸੀ। ਉਹ ਆਉਂਦੇ ਜਾਂਦੇ ਸੀ। ਮੇਰੀ ਮਾਤਾ ਜੀ ਨੇ ਜੀ ਲੜੀਵਾਰ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਉਹਨਾਂ ਤੋਂ ਕੀਤੀ ਸੀ ਜੀ। ਤੇ ਮਾਤਾ ਜੀ 5 ਬਾਣੀਆਂ ਦੇ ਨਿਤਨੇਮੀ ਸੀ। ਹੁਣ ਗੁਟਕਾ ਸਾਹਿਬ ਉਹਨਾਂ ਤੋਂ ਨਹੀਂ ਸੀ ਫੜਿਆ ਜਾਂਦਾ। 4 ਬਾਣੀਆਂ ਕੰਠ ਸੀਗੀਆਂ। ਤੁਸੀਂ ਆ ਗਏ ਹੋ ਤੇ ਤੁਹਾਡੇ ਨਾਲ ਬੇਟਾ ਕੀ ਗੱਲ ਹੈ, ਸਾਰੀ ਤੁਹਾਡੀ ਹਾਲ ਚਾਲ ਪੁੱਛ ਕੇ ਜਦੋਂ ਤੁਸੀਂ ਫਤਿਹ ਬੁਲਾ ਕੇ ਚੱਲੇ, ਮਾਤਾ ਜੀ ਅੱਛਾ ਚੱਲੇ ਆ, ਤੇ ਜਿੱਥੋਂ ਵੀ ਛੱਡੀ ਹੈ ਬਾਣੀ ਪੜ੍ਹਦਿਆਂ ਨੇ ਉੱਥੋਂ ਹੀ ਫੇਰ ਸ਼ੁਰੂ ਕਰ ਲੈਂਦੇ। ਸੁਰਤ ਇੰਨੀ ਤੇਜ਼ ਸੀ ਉਹਨਾਂ ਦੀ। ਤੁਸੀਂ ਹੁਣੇ ਸਾਡੇ ਨਾਲ ਗੱਲ ਕੀਤੀ ਸੀ ਕਿ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਕਿਸੇ ਨੇ ਕਿਹਾ ਸੀ ਵੀ ਇੰਗਲਿਸ਼ ਵਿੱਚ ਕੋਈ ਗੋਰੇ ਆਏ ਸੀ, ਇੰਗਲਿਸ਼ ਵਿੱਚ ਪਾਠ ਕਰਨਾ, ਉਹਦੀ ਬਾਰੇ ਵੀ ਥੋੜੀ ਜਾਣਨਾ ਪਾ ਦਿਓ। ਹਾਂਜੀ, ਉਹ ਇਉਂ ਸੀ ਜੀ, ਮੇਰੇ ਪਿੰਡ ਦੇ ਸੂਬੇਦਾਰ ਜੀ ਹੈ ਤੇ ਭੋਲਾ ਸਿੰਘ, ਉਹਨਾਂ ਦਾ ਬੇਟਾ ਜੀ ਉੱਥੇ ਹੈਗਾ ਕੈਨੇਡਾ 'ਚ ਹੈ ਜੀ। ਤੇ ਜੀ ਉੱਥੇ ਕੋਈ ਅਫੇਅਰ ਸੀ ਉਹਨਾਂ ਦਾ, ਉੱਥੋਂ ਦੀ ਲੜਕੀ ਸੀ ਸ਼ੌਨਾ ਮੈਕਇੰਟਾਇਰ ਜੀ, ਪਿੱਛੋਂ ਸਕਾਟਲੈਂਡ ਦੀ ਸੀ। ਤੇ ਉਹ ਕਹਿਣ ਲੱਗੀ ਵੀ ਆਪਾਂ ਸ਼ਾਦੀ ਕਰਾ ਲਈਏ। ਉਹਨਾਂ ਨੇ ਜੀ ਵਾਅਦਾ ਕਰ ਲਿਆ। ਤੇ ਉਹ ਕਹਿਣ ਲੱਗੀ ਵੀ ਮੈਂ ਜਿਹੜੀਆਂ ਤੁਸੀਂ ਮੈਰਿਜ ਦਾ ਜਿੰਨਾ ਵੀ ਜਿਹੜੇ ਕਰਦੇ ਹੋ ਤੁਸੀਂ ਵਿਆਹ ਸ਼ਾਦੀ ਜਿਵੇਂ ਕਰਦੇ ਹੋ, ਮੈਂ ਸਿੱਖ ਧਰਮ ਅਨੁਸਾਰ ਕਰਨੀ ਚਾਹੁੰਦੀ ਹੈ, ਤੇ ਮੈਨੂੰ ਉਸ ਦਾ ਜਿਹੜੀ ਸਿੱਖਿਆ ਦੇਵੇ, ਨੌਲੇਜ ਦੇਵੇ ਤੇ ਮੌਕੇ 'ਤੇ ਦੇਵੇ, ਮੈਂ ਮਤਲਬ ਉਸ ਤਰੀਕੇ ਨਾਲ ਚਾਹੁੰਦੀ ਹੈ। ਉਹ ਜੀ ਕੈਨੇਡਾ ਤੋਂ ਇੱਥੇ ਆ ਗਏ। ਇੱਥੇ ਮਤਲਬ ਗੋਰੇ 10-12 ਆਏ ਹੋਏ ਸੀਗੇ, ਉਹਦੇ ਭੈਣ ਭਰਾ ਲੜਕੀ ਦੇ ਆਏ ਸੀ। ਤੇ ਉਹਨਾਂ ਨੇ ਜੀ ਸਾਡੇ ਮਾਨਯੋਗ ਸਰਜੀਤ ਸਿੰਘ ਨੇ, ਡਾਕਟਰ ਖਾਲਿਸਤਾਨੀ, ਉਹਨਾਂ ਨੂੰ ਕਹਿਣ ਲੱਗੇ ਵੀ ਅੰਗਰੇਜ਼ੀ 'ਚ ਕਥਾ ਕਰਨ ਵਾਲਾ ਲਾਵਾਂ ਦੀ ਕੋਈ ਸਿੰਘ ਲੱਭ ਕੇ ਦਿਓ ਵੀ ਕਰੇ। ਉਹ ਕਹਿੰਦੇ ਜੀ ਅਸੀਂ ਗਏ ਪਹਿਲਾਂ ਕਿਸੇ ਪ੍ਰੋਫੈਸਰ ਕੋਲੇ ਗਏ ਮੋਗੇ, ਤੇ ਉਹ ਪ੍ਰੋਫੈਸਰ ਮੰਨੇ ਨਹੀਂ। ਤੇ ਫਿਰ ਉਹ ਕਿਸੇ ਵਕੀਲ ਕੋਲੇ ਗਏ, ਕਹਿਣ ਲੱਗੇ ਵੀ ਅੰਗਰੇਜ਼ੀ 'ਚ ਨਹੀਂ ਅਸੀਂ ਕਦੇ ਕੀਤੀ। ਉਹ ਮੈਨੂੰ ਕਹਿਣ ਲੱਗੇ ਵੀ ਮਸਕੀਨ ਜੀ ਤੁਸੀਂ ਸਭ ਕੁਝ ਕਰ ਲੈਂਦੇ ਹੋ, ਬਾਹਰ ਜਾ ਕੇ ਆਏ ਹੋ। ਮੈਂ ਕਿਹਾ ਜੀ ਦਿਨ ਕਿੰਨੇ ਪੈਂਦੇ ਆ? ਕਹਿੰਦੇ ਵੀ ਦਿਨ ਪੈਂਦੇ ਆ 22-23 ਕ। ਮੈਂ ਕਿਹਾ ਜੀ ਕਰ ਲਓ। ਸਤਿਗੁਰੂ ਨੇ ਕਿਰਪਾ ਕੀਤੀ ਜੀ। ਤੇ ਜਦੋਂ ਉਹ ਸਾਰੇ ਆ ਕੇ ਬੈਠੇ
ਤੇ ਮੈਂ ਜਾ ਕੇ ਬਹਿ ਗਿਆ। ਮੈਨੂੰ ਪਿੰਡ ਵਾਲੇ ਕਹਿੰਦੇ ਜੀ ਇੱਥੇ ਅੱਜ ਕਿਸੇ ਨੇ ਕਥਾਵਾਚਕ ਨੇ ਆਉਣਾ ਹੈ ਤੇ ਅੰਗਰੇਜ਼ੀ 'ਚ ਅੱਜ ਕਥਾ ਪਹਿਲੇ ਦਿਨ ਬਾਬਾ ਗੁਰਦੁਆਰਾ ਬਾਬਾ ਤੇਜਾ ਸਿੰਘ ਜੀ ਵਿਖੇ ਹੋਣੀ ਹੈ। ਮੈਂ ਕਿਹਾ ਸਤਵਚਨ ਜੀ। ਤੇ ਉਹ ਜਦੋਂ ਉਹਨਾਂ ਨੇ ਅਨਾਉਂਸ ਭਾਈ ਜੀ ਨੂੰ ਕਹਿਣ ਲੱਗੇ ਵੀ ਅਨਾਉਂਸ ਕਰੋ ਤੇ ਕੀਰਤਨ ਹੋਇਆ ਤੇ ਕਹਿੰਦੇ ਵੀ ਬਲਦੇਵ ਸਿੰਘ ਮਸਕੀਨ ਕਰਨਗੇ। ਉਹ ਮੇਰੇ ਪਿੰਡ ਦੇ ਸਾਰੇ ਦੇਖ ਕੇ ਕਹਿਣ ਲੱਗੇ ਵੀ ਫਿਰ ਮੈਨੂੰ ਬਾਹਰ ਆ ਕੇ ਜਦੋਂ ਸਤਿਗੁਰੂ ਦੀ ਕਿਰਪਾ ਨਾਲ ਮੈਂ 36 ਮਿੰਟ ਜੀ ਸਾਰੀ ਮਤਲਬ ਮਾੜੀ ਜੀ ਸਾਨੂੰ ਇੱਕ ਅੱਧਾ ਮਿੰਟ ਬੋਲ ਕੇ। ਹਾਂਜੀ ਫਿਰ ਮੈਂ ਉਹਨਾਂ ਨੂੰ ਦੱਸਿਆ ਜੀ ਮਤਲਬ ਕਨਸੈਪਟ ਬਈ ਜਿਹੜਾ ਕਨਸੈਪਟ ਹੈ ਮਤਲਬ ਸਾਡਾ ਦਿਸ ਇਜ਼ ਅ ਕਨਸੈਪਟ ਆਫ ਮੈਰਿਜ ਵੀ ਡੋਂਟ ਅਡੋਪਟ ਇਟ ਜੀ ਅਕੋਰਡਿੰਗ ਟੂ ਦਾ ਅਦਰ ਰਿਲੀਜਨਸ ਮਤਲਬ ਵੀ ਦੂਜੇ ਅਸੀਂ ਧਰਮਾਂ ਦੇ ਅਨੁਸਾਰ ਨਹੀਂ ਕਰਦੇ। ਇਨ ਸਿੱਖ ਰਿਲੀਜਨ ਇਟ ਇਜ਼ ਕਾਲਡ ਆਨੰਦ ਕਾਰਜ। ਆਨੰਦ ਮੀਨਸ ਸਪਿਰਿਚੁਅਲ ਪਲੇਜ਼ਰ ਜੀ ਤੇ both spirits when meet it is called the bliss of spirit. It is narrated by the Guru Amardas Ji Maharaj in his Gurbani. ਮੈਂ ਇਸ ਤਰੀਕੇ ਦੇ ਨਾਲ ਜੀ ਉਹਨਾਂ ਨੂੰ ਫਿਰ ਮੈਂ ਕਰਕੇ ਫਿਰ ਕਨਸੈਪਟ ਦੇ ਵਿੱਚ ਮੈਂ ਸਾਰਾ ਮਤਲਬ 36 ਮਿੰਟ ਦੀ ਜੀ ਉਹ ਫਿਰ ਬਈ ਆਨੰਦ ਕਾਰਜ ਅਸੀਂ ਕਹਿੰਦੇ ਹਾਂ। ਅਸੀਂ ਮੈਰਿਜ ਨਹੀਂ ਕਹਿੰਦੇ। ਮੈਰਿਜ ਮੀਨ ਜੋ ਹੁੰਦੀ ਖੁਸ਼ੀ, ਏਜ ਹੁੰਦਾ ਸਮਾਂ। ਵੀ ਅਸੀਂ ਇਹ ਗੋਰੇ ਕਹਿੰਦੇ ਮੈਰਿਜ ਤੇ ਦੂਜੇ ਹਿੰਦੂ ਧਰਮ 'ਚ ਕਹਿੰਦੇ ਵਿਵਾਹ, ਪਹਿਲੀ ਵਾਰ ਵਾਹ ਪੈਣਾ। ਪਰ ਅਸੀਂ ਇਹਨੂੰ ਆਨੰਦ 'ਚ ਲਿਆਉਂਦੇ ਹਾਂ ਵੀ ਦੋ ਆਤਮਾਵਾਂ ਦੇ ਮੇਲ ਨੂੰ ਆਨੰਦ ਕਾਰਜ ਕਹਿੰਦੇ ਆ। ਬਈ ਇੱਕ ਸਾਡਾ ਵੱਖਰਾ ਕਨਸੈਪਟ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਆਨੰਦ ਕਾਰਜ ਦਾ ਵਿਆਹ ਦਾ। ਉਹ ਫਿਰ ਮੈਂ ਜੀ ਨਵਾਂ ਕਨਸੈਪਟ ਉੱਤੇ ਦੇ ਕੇ ਫਿਰ ਚਾਰੇ ਵੈਡਲੌਕਸ ਜਿਹੜੀਆਂ ਨੇ 4 ਲਾਵਾਂ ਨੇ ਫਿਰ ਉਹਨਾਂ ਦਾ ਉਹ ਲੱਥਾ ਹਰ ਪਹਿਲੜੀ ਲਾ ਪ੍ਰਵਿਰਤੀ ਕਰਮ ਦਰੜਾਇਆ ਬਲਰਾਮ ਜੀਓ। ਫਿਰ ਉਹਦੇ ਅਰਥ ਕਰਕੇ ਫਿਰ ਉਹ ਗੋਰਿਆਂ ਨੇ ਜਾਣੀ ਕਾਫੀ ਮਾਨਸ ਨਾਲ ਬਾਹਰ ਆ ਕੇ ਵੀ ਮੈਨੂੰ ਮਿਲੇ। ਫਿਰ ਪਿੰਡ ਵਾਲੇ ਵੀ ਕਹਿਣ ਲੱਗੇ ਜੀ ਤੁਸੀਂ ਮਤਲਬ ਇਸ ਮਿਸ਼ਨ ਨੂੰ ਅੱਗੇ ਤੋਰੋ। ਭਾਈ ਸਾਹਿਬ ਬਲਦੇਵ ਸਿੰਘ ਜੀ ਲਾਸਟ ਦੇ ਵਿੱਚ ਕੀ ਮੈਸੇਜ ਦੇਣਾ ਚਾਹੋਗੇ ਜਿਹੜੀ ਉਦੋਂ ਦੇ ਪੰਜਾਬ ਦੇ ਕਾਲੇ ਦੌਰ ਦਾ ਤੇ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਆ? ਦੇਖੋ ਜੀ ਪੰਜਾਬ ਤਬਾਹ ਹੋ ਚੁੱਕਾ ਹੈ ਜੀ ਤੇ ਬੱਚੇ ਆਈਲੈਟਸ ਕਰ ਕਰਕੇ ਬਾਹਰ ਭੱਜੀ ਜਾਂਦੇ ਤੇ ਸਾਡੇ ਕੋਲ ਕੋਈ ਜਿੰਨੇ ਪੋਲੀਟੀਸ਼ੀਅਨ ਨੇ ਸਾਰੇ ਬੌਧਿਕ ਤੌਰ ਤੇ ਮਤਲਬ ਬਿਮਾਰ ਆਦਮੀ ਨੇ। ਇਹ ਹਫਸ ਦੇ ਮਾਰੇ ਹੋਏ ਨੇ। ਇਹਨਾਂ ਨੇ ਕੌਮ ਵੇਚਤੀ ਤੇ ਆਪਣਾ ਪੰਜਾਬ ਗਿਰਵੀ ਰੱਖਤਾ, ਸਾਰਾ ਕੇਂਦਰ ਕੋਲੇ ਰੱਖਿਆ ਤੇ चाबक दिखाओ दूर से सलाम करते हैं जे वो शेर है जो सर्कस में काम करते हैं। ना ही शेर कहाउंदे ने एवें जदों केंद्र चाबक दिखाउंदा है और सर्कस दे शेर वांगू पूछ मार के उन्हां दा कहना मन लैंदे है जी। ਦਰਸ਼ਕੋ ਤੁਸੀਂ ਦੇਖਿਆ ਕਿ ਬਲਦੇਵ ਸਿੰਘ ਮਸਕੀਨ ਜੀ ਨੇ ਕਿਸ ਤਰ੍ਹਾਂ ਆਪਣੀ ਜਿਹੜੀ ਪੰਜਾਬ ਦੇ ਕਾਲੇ ਦੌਰ ਦੀ ਕਹਾਣੀ ਤੁਹਾਡੇ ਸਾਹਮਣੇ ਦੱਸੀ ਅਤੇ ਇਹ ਵੀ ਦੱਸਿਆ ਕਿ ਜਿਹੜੀ ਉਹਨਾਂ ਦੀ ਮਾਂ ਸੀ, ਇਹਨਾਂ ਦੇ ਜਿਹੜਾ ਬ੍ਰਦਰ ਸੀ ਸੁਖਦੇਵ ਸਿੰਘ ਸੁੱਖਾ, ਜਿਸ ਦਾ ਇਨਕਾਊਂਟਰ ਕਰ ਦਿੱਤਾ ਗਿਆ ਸੀ, ਉਸ ਨੂੰ 32 ਸਾਲ ਉਡੀਕਦੀ ਰਹੀ ਮਾਂ ਅੱਜ ਇਸ ਦੁਨੀਆ ਤੋਂ ਚਲੀ ਗਈ। ਕੱਲ੍ਹ ਨੂੰ ਯਾਨੀ ਕਿ ਆਉਣ ਵਾਲੇ ਕੱਲ੍ਹ ਨੂੰ ਉਸ ਮਾਤਾ ਦਾ ਅਤੇ ਉਸ ਜਿਹੜਾ ਇਹਨਾਂ ਦਾ ਭਰਾ ਵਾ ਉਹਨਾਂ ਦਾ ਇਕੱਠਿਆਂ ਦਾ 32 ਸਾਲ ਬਾਅਦ ਉਸ ਜਿਹੜਾ ਨੌਜਵਾਨ ਉਸ ਦਾ ਭੋਗ ਪਾਇਆ ਜਾ ਰਿਹਾ। ਬਲਦੇਵ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।